ਹੈਲੋ ਦੋਸਤੋ, ਸਾਰਿਆਂ ਨੂੰ ਜੈ ਮਸੀਹ ਦੀ। ਪਿਤਾ ਪਰਮੇਸ਼ਰ ਸਾਰਿਆਂ ਨੂੰ ਬਲੈਸ ਕਰਨ। ਅੱਜ ਅਸੀਂ ਇਸ ਟੌਪਿਕ 'ਤੇ ਗੱਲ ਕਰਾਂਗੇ ਕਿ ਪ੍ਰਭੂ ਯੀਸ਼ੂ ਜੀ ਨੂੰ ਹੀ ਕਿਉਂ ਪਵਿੱਤਰ ਆਤਮਾ ਕਿਹਾ ਜਾਂਦਾ। ਕਿਉਂਕਿ ਅਸੀਂ ਬਾਈਬਲ 'ਚ ਪੜ੍ਹਦੇ ਹਾਂ ਕਿ ਪ੍ਰਭੂ ਯੀਸ਼ੂ ਜੀ, ਉਹਨਾਂ ਦੀ ਜਿਹੜੀ ਮਾਤਾ ਸੀ, ਮਾਤਾ ਮਰੀਅਮ ਜੀ ਸੀਗੇ, ਉਹ ਕੁਆਰੇ ਸੀਗੇ, ਉਹ ਪਵਿੱਤਰ ਸੀਗੇ। ਉਹਨਾਂ ਨੇ ਆਪਣੀ ਲਾਈਫ 'ਚ ਕਦੇ ਕਿਸੇ ਨਾਲ ਰਿਲੇਸ਼ਨ ਨਹੀਂ ਬਣਾਇਆ ਸੀਗਾ। ਤਾਂ ਮਤਲਬ ਬਿਲਕੁਲ ਪਵਿੱਤਰ ਸੀਗੇ, ਪਾਕ ਸੀਗੇ। ਅਤੇ ਪਰਮੇਸ਼ਵਰ ਦੀ ਉਹਨਾਂ 'ਤੇ ਮਿਹਰ ਹੋਈ ਸੀਗੀ। ਪਰਮੇਸ਼ਵਰ ਜੀ ਦਾ ਫੇਵਰ ਉਹਨਾਂ 'ਤੇ ਆਇਆ ਸੀਗਾ। ਜਦੋਂ ਹੁਣ ਅਸੀਂ ਹੈਗੇ ਅਸੀਂ ਮਤਲਬ ਸਾਡੇ ਮੰਮਾ ਪਾਪਾ ਰਿਲੇਸ਼ਨ ਬਣਾਉਂਦੇ ਤਾਂ ਅਸੀਂ ਹੁੰਦੇ। ਪ੍ਰਭੂ ਯੀਸ਼ੂ ਜੀ ਇੱਦਾਂ ਦੁਨੀਆ 'ਤੇ ਨਹੀਂ ਆਏ ਸੀ। ਜਦੋਂ ਮਾਤਾ ਮਰੀਅਮ ਜੀ ਨੂੰ ਇੱਕ ਦੂਤ ਦਿਖੇ ਸੀਗੇ ਅਤੇ ਦੂਤ ਨੇ ਮਾਤਾ ਮਰੀਅਮ ਨੂੰ ਦੱਸਿਆ ਸੀਗਾ ਕਿ ਤੂੰ ਗਰਭਵਤੀ ਹੋਏਂਗੀ ਅਤੇ ਜਿਹੜਾ ਤੇਰਾ ਪੁੱਤਰ ਹੋਊਗਾ ਉਹਦਾ ਨਾਮ ਯੀਸ਼ੂ ਰੱਖਿਓ, ਅਤੇ ਉਹਦਾ ਨਾਮ ਯੀਸ਼ੂ ਹੋਊਗਾ। ਅਤੇ ਪਰਮੇਸ਼ਵਰ ਜੀ ਨੇ, ਯਹੋਵਾ ਜੀ ਨੇ ਮਾਤਾ ਮਰੀਅਮ ਦੇ ਪੇਟ ਵਿੱਚ ਯੀਸ਼ੂ ਜੀ ਨੂੰ ਖੁਦ ਰੱਖਿਆ ਸੀ। ਮਾਤਾ ਜੀ ਕੁਆਰੇ ਸੀਗੇ, ਮਾਤਾ ਜੀ ਦੇ ਪੇਟ ਦੇ ਅੰਦਰ ਪਰਮੇਸ਼ਵਰ ਨੇ ਪ੍ਰਭੂ ਯੀਸ਼ੂ ਜੀ ਨੂੰ ਖੁਦ ਰੱਖਿਆ ਸੀ ਅੰਦਰ। ਮਤਲਬ ਉਹ ਰਿਲੇਸ਼ਨ ਨਾਲ ਨਹੀਂ ਆਏ ਪ੍ਰਭੂ ਯੀਸ਼ੂ ਜੀ। ਪਰਮੇਸ਼ਵਰ ਨੇ ਦਾਤ ਦਿੱਤੀ ਸੀ ਪਰਮੇਸ਼ਵਰ ਨੇ ਵਰਦਾਨ ਦਿੱਤਾ ਸੀ ਮਾਤਾ ਮਰੀਅਮ ਨੂੰ ਪੁੱਤਰ ਪੈਦਾ ਕਰਨ ਦਾ। ਪਾਕ ਰੂਹ ਇਸ ਦੁਨੀਆ ਦਾ ਮੁਕਤੀਦਾਤਾ ਪੈਦਾ ਕਰਨ ਲਈ ਵਰਦਾਨ ਦਿੱਤਾ ਸੀ ਕਿ ਮਾਤਾ ਮਰੀਅਮ ਜੀ ਇੱਕ ਮੁਕਤੀਦਾਤਾ ਨੂੰ ਪੈਦਾ ਕਰਨਗੇ, ਪ੍ਰਭੂ ਯੀਸ਼ੂ ਜੀ ਨੂੰ ਪੈਦਾ ਕਰਨਗੇ। ਉਹ ਸਾਡੇ ਮੁਕਤੀਦਾਤਾ ਵਾ। ਇਸ ਲਈ ਪ੍ਰਭੂ ਯੀਸ਼ੂ ਜੀ ਨੂੰ ਇਸ ਲਈ ਪਵਿੱਤਰ ਆਤਮਾ ਕਿਹਾ ਜਾਂਦਾ ਵਾ ਕਿਉਂਕਿ ਉਹ ਜਿੱਦਾਂ ਅਸੀਂ ਦੁਨੀਆ 'ਤੇ ਆਏ, ਉਹ ਇਸ ਤਰ੍ਹਾਂ ਦੁਨੀਆ 'ਤੇ ਨਹੀਂ ਆਏ। ਉਹ ਪਰਮੇਸ਼ਵਰ ਵੱਲੋਂ ਦੁਨੀਆ 'ਤੇ ਆਏ। ਅਸੀਂ ਸਾਡੇ ਮਾਤਾ ਪਿਤਾ ਦੇ ਰਿਲੇਸ਼ਨ ਨਾਲ ਅਸੀਂ ਦੁਨੀਆ 'ਤੇ ਆਏ, ਪਰ ਜਿਹੜੇ ਮਾਤਾ ਮਰੀਅਮ ਸੀਗੇ ਉਹ ਬਿਲਕੁਲ ਪਵਿੱਤਰ ਸੀਗੇ। ਉਹਨਾਂ ਦੀ ਅੰਗੇਜਮੈਂਟ ਹੋਈ ਸੀਗੀ ਯੂਸਫ ਦੇ ਨਾਲ, ਪਰ ਉਹਨਾਂ ਨੇ ਯੂਸਫ ਨਾਲ ਕਦੇ ਰਿਲੇਸ਼ਨ ਨਹੀਂ ਰੱਖਿਆ ਸੀ। ਫਿਜ਼ੀਕਲੀ ਰਿਲੇਸ਼ਨ ਜੋ ਕਦੇ ਨਹੀਂ ਸੀਗੇ। ਉਹ ਬਿਲਕੁਲ ਪਵਿੱਤਰ ਸੀ, ਪਾਕ ਸੀਗੇ। ਅਤੇ ਇਸ ਲਈ ਪਿਤਾ ਜੀ ਨੇ ਪ੍ਰਭੂ ਯੀਸ਼ੂ ਯਹੋਵਾ ਪਿਤਾ ਨੇ ਮਾਤਾ ਮਰੀਅਮ ਨੂੰ ਚੁਣਿਆ ਸੀਗਾ ਪ੍ਰਭੂ ਯੀਸ਼ੂ ਜੀ ਨੂੰ ਜਨਮ ਦੇਣ ਲਈ, ਕਿਉਂਕਿ ਉਹ ਪਰਮੇਸ਼ਵਰ 'ਤੇ ਬਿਲੀਵ ਰੱਖਦੇ ਸੀ, ਪਰਮੇਸ਼ਵਰ ਦੀ ਹਰ ਆਗਿਆ ਦਾ ਪਾਲਣ ਕਰਦੇ ਸੀਗੇ ਅਤੇ ਉਹ ਬਿਲਕੁਲ ਪਵਿੱਤਰ ਸੀਗੇ। ਉਹਨਾਂ ਨੇ ਕਦੇ ਕੁਛ ਗਲਤ ਕੰਮ ਨਹੀਂ ਕੀਤਾ ਸੀ। ਇਸ ਲਈ ਪ੍ਰਭੂ ਯੀਸ਼ੂ ਜੀ ਇੱਕ ਕੁਆਰੀ ਦੇ ਪੇਟ ਤੋਂ ਪੈਦਾ ਹੋਏ ਜੋ ਬਿਲਕੁਲ ਪਵਿੱਤਰ ਸੀਗੇ। ਇਸ ਲਈ ਪ੍ਰਭੂ ਯੀਸ਼ੂ ਜੀ ਨੂੰ ਪਵਿੱਤਰ ਆਤਮਾ ਕਿਹਾ ਜਾਂਦਾ ਵਾ ਕਿਉਂਕਿ ਉਹ ਪਰਮੇਸ਼ਵਰ ਵੱਲੋਂ ਦਿੱਤੇ ਗਏ ਸੀ। ਉਹ ਪਰਮੇਸ਼ਵਰ ਨੇ ਖੁਦ ਮਾਤਾ ਮਰੀਅਮ ਦੇ ਪੇਟ ਵਿੱਚ ਪ੍ਰਭੂ ਯੀਸ਼ੂ ਜੀ ਨੂੰ ਦਿੱਤਾ ਸੀ, ਖੁਦ ਦਾ ਵਰਦਾਨ ਦਿੱਤਾ ਸੀ ਪ੍ਰਭੂ ਯੀਸ਼ੂ ਜੀ ਨੂੰ ਪੈਦਾ ਕਰਨ ਦਾ ਮਾਤਾ ਮਰੀਅਮ ਨੂੰ, ਕਿਉਂਕਿ ਮਾਤਾ ਮਰੀਅਮ ਜੀ ਪਵਿੱਤਰ ਸੀਗੇ। ਕਹਿੰਦੇ ਕਿ ਮਾਤਾ ਮਰੀਅਮ ਪਵਿੱਤਰ ਸੀਗੇ, ਕਿ ਮਾਤਾ ਮਰੀਅਮ ਜੀ ਬਿਲਕੁਲ ਪਵਿੱਤਰ ਸੀਗੇ। ਉਹ ਪ੍ਰਭੂ ਯੀਸ਼ੂ ਜੀ ਨੇ ਜੋ ਉਹਨਾਂ ਨੇ ਕਦੇ ਝੂਠ ਨਹੀਂ ਬੋਲਿਆ, ਚੋਰੀ ਨਹੀਂ ਕੀਤੀ, ਕਦੇ ਕਿਸੇ ਨਾਲ ਵਿਚਾਰ ਨਹੀਂ ਕੀਤਾ, ਹਰ ਕਿਸੇ ਨਾਲ ਪਿਆਰ ਨਾਲ ਰਹਿੰਦੇ ਸੀਗੇ। ਪ੍ਰਭੂ ਜੀ ਨੇ ਸਾਡੇ ਲਈ ਆਪਣੀ ਕੁਰਬਾਨੀ ਦਿੱਤੀ। ਜਿਹੜੇ ਪ੍ਰਭੂ ਯੀਸ਼ੂ ਜੀ ਇਸ ਦੁਨੀਆ 'ਤੇ ਆਏ ਅਤੇ ਉਹ ਸਾਡੇ ਦੁਨੀਆ 'ਤੇ ਸਾਡਾ ਮੁਕਤੀਦਾਤਾ ਬਣ ਕੇ ਆਏ ਸੀ। ਉਹਨਾਂ ਨੇ ਸਾਨੂੰ ਨਵਾਂ ਜੀਵਨ ਦੇਣ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਸੀਗਾ। ਪ੍ਰਭੂ ਯੀਸ਼ੂ ਜੀ ਨੇ ਇਸ ਦੁਨੀਆ 'ਤੇ ਆ ਕੇ ਕੋਈ ਭੇਦਭਾਵ ਨਹੀਂ ਕੀਤਾ। ਉਹਨਾਂ ਨੇ ਯਹੂਦੀਆਂ ਨੂੰ ਵੀ ਪ੍ਰਭੂ ਯੀਸ਼ੂ ਨਾਲ ਜੋੜਿਆ। ਉਹਨਾਂ ਦੇ ਚੇਲਿਆਂ ਨੇ ਪ੍ਰਭੂ ਯੀਸ਼ੂ ਜੀ ਨੇ ਹਰ ਕਿਸੇ ਨੂੰ ਠੀਕ ਕੀਤਾ, ਯਹੂਦੀ ਲੋਕਾਂ ਨੂੰ ਵੀ ਠੀਕ ਕੀਤਾ, ਗੈਰ ਯਹੂਦੀ ਲੋਕਾਂ ਨੂੰ ਵੀ ਠੀਕ ਕੀਤਾ। ਪਿਤਾ ਪਰਮੇਸ਼ਵਰ ਨੇ ਕੋਈ ਭੇਦਭਾਵ ਨਹੀਂ ਕੀਤਾ। ਪ੍ਰਭੂ ਯੀਸ਼ੂ ਜੀ ਦੇ ਅੱਗੇ ਜਿਹੜੇ ਚੇਲੇ ਸੀਗੇ ਉਹਨਾਂ ਨੇ ਵੀ ਪ੍ਰਭੂ ਯੀਸ਼ੂ ਜੀ ਦਾ ਜਿਹੜਾ ਪ੍ਰਚਾਰ ਸੀਗਾ ਉਹ ਗੈਰ ਯਹੂਦੀ ਲੋਕਾਂ 'ਚ ਵੀ ਕੀਤਾ। ਜਿਹੜੀਆਂ ਬਾਕੀ ਕੌਮਾਂ ਉਹਦੇ ਵਿੱਚ ਵੀ ਪ੍ਰਭੂ ਯੀਸ਼ੂ ਜੀ ਦਾ ਪ੍ਰਚਾਰ ਕੀਤਾ ਗਿਆ ਉਹਨਾਂ ਦੇ ਵਚਨ ਦਾ। ਕਹਿੰਦੇ ਕਿ ਜਦੋਂ ਹੁਣ ਅਸੀਂ ਬਾਈਬਲ ਵਿੱਚ ਪੜ੍ਹਦੇ ਹਾਂ ਅਤੇ ਬਾਈਬਲ ਵਿੱਚ ਅਸੀਂ ਜਦੋਂ ਪ੍ਰਭੂ ਯੀਸ਼ੂ ਜੀ ਜਿਹੜੇ ਯਹੋਨਾ ਬੈਪਟਿਜ਼ਮ ਦੇਣ ਵਾਲੇ ਸੀਗੇ, ਉਹਨਾਂ ਤੋਂ ਜਦੋਂ ਪ੍ਰਭੂ ਯੀਸ਼ੂ ਜੀ ਬੈਪਟਿਜ਼ਮ ਲੈਣ ਗਏ ਸੀਗੇ ਅਤੇ ਉਦੋਂ ਜਦੋਂ ਪ੍ਰਭੂ ਯੀਸ਼ੂ ਜੀ ਨੇ ਉਹਨਾਂ ਤੋਂ ਬੈਪਟਿਜ਼ਮ ਲਿਆ ਸੀ, ਬਪਤਿਸਮਾ ਲਿਆ ਸੀਗਾ, ਅਤੇ ਉਦੋਂ ਕਹਿੰਦੇ ਉਦੋਂ ਅਸੀਂ ਬਾਈਬਲ 'ਚ ਪੜ੍ਹਦੇ ਹਾਂ ਕਿ ਆਸਮਾਨ ਤੋਂ ਆਵਾਜ਼ ਆਈ, ਇੱਕ ਘੁੱਗੀ ਦੇ ਰੂਪ ਵਿੱਚ ਪਵਿੱਤਰ ਆਤਮਾ ਪ੍ਰਭੂ ਯੀਸ਼ੂ ਜੀ ਦੇ ਉੱਪਰ ਆ ਕੇ ਬੈਠ ਗਈ, ਉੱਪਰ ਠਹਿਰੀ, ਅਤੇ ਆਕਾਸ਼ ਵਿੱਚੋਂ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ, ਇਹ ਮੇਰਾ ਪਿਆਰਾ ਪੁੱਤਰ ਹੈ, ਮੈਂ ਇਸ ਤੋਂ ਬਹੁਤ ਖੁਸ਼ ਹਾਂ। ਯਹੋਵਾ ਜੀ ਨੇ ਕਿਹਾ ਕਿ ਮੈਂ ਇਸ ਨੂੰ ਬਹੁਤ ਪਿਆਰ ਕਰਦਾ, ਮੇਰਾ ਪਿਆਰਾ ਪੁੱਤਰ ਆ ਅਤੇ ਮੈਂ ਇਸ ਤੋਂ ਬਹੁਤ ਖੁਸ਼ ਹਾਂ। ਅਸੀਂ ਕਿਤੇ ਵੀ ਕੁਰਾਨ ਪੜ੍ਹ ਲਈਏ, ਗੀਤਾ ਪੜ੍ਹ ਲਈਏ, ਕਿਤੇ ਵੀ ਕੁਛ ਵੀ ਪੜ੍ਹ ਲਈਏ, ਕਿਸੇ 'ਤੇ ਵੀ ਇਹ ਨਹੀਂ ਦੱਸਿਆ ਕਿ ਪ੍ਰਭੂ ਪਰਮੇਸ਼ਵਰ ਜੀ ਨੇ ਕਿਹਾ ਹੋਵੇ ਮੇਰੀ ਪੁੱਤਰ ਹੈ, ਮੇਰੀ ਕੁੜੀ ਹੈ, ਕਿਤੇ ਨਹੀਂ ਆਪਾਂ ਦੇਖਦੇ। ਸਿਰਫ ਬਾਈਬਲ 'ਚ ਹੀ ਪਵਿੱਤਰ ਯਹੋਵਾ ਜੀ ਨੇ ਕਿਹਾ ਕਿ ਜਿਹੜਾ ਪ੍ਰਭੂ ਯੀਸ਼ੂ ਆ ਮੇਰਾ ਪੁੱਤਰ ਆ। ਇਸ ਲਈ ਦੁਨੀਆ 'ਚ ਸਿਰਫ ਇੱਕੋ ਪਰਮੇਸ਼ਵਰ ਹੈ ਅਤੇ ਪ੍ਰਭੂ ਯੀਸ਼ੂ ਆ, ਕਿਉਂਕਿ ਯਹੋਵਾ ਜੀ ਨੇ ਖੁਦ ਕਿਹਾ ਹੈ ਕਿ ਪ੍ਰਭੂ ਯੀਸ਼ੂ ਜੀ ਉਹਨਾਂ ਦੇ ਪੁੱਤਰ ਆ। ਕਹਿੰਦੇ ਯੀਸ਼ੂ ਜੀ ਨੂੰ ਯੀਸ਼ੂ ਜੀ ਜਦੋਂ ਵੱਡੇ ਹੋਏ, ਜਦੋਂ ਯੀਸ਼ੂ ਜੀ ਪੈਦਾ ਹੋਏ, ਯੀਸ਼ੂ ਜੀ ਨੂੰ ਪਤਾ ਸੀਗਾ ਕਿ ਉਹ ਇਸ ਦੁਨੀਆ 'ਤੇ ਆਪਣੇ ਪਿਤਾ ਦਾ ਕੰਮ ਕਰਨਾ। ਉਹਨਾਂ ਦੇ ਜਿਹੜੇ ਪਿਤਾ ਯਹੋਵਾ ਜੀ ਨੇ ਉਹਨੂੰ ਪ੍ਰਭੂ ਯੀਸ਼ੂ ਜੀ ਨੂੰ ਇਸ ਦੁਨੀਆ ਦੇ ਲਈ ਮੁਕਤੀਦਾਤਾ ਚੁਣਿਆ ਸੀ।
ਜਿਹੜੇ ਪ੍ਰਭੂ ਯਿਸੂ ਜੀ ਹੈ ਉਹ ਸਾਨੂੰ ਇਸ ਦੁਨੀਆ 'ਤੇ ਆ ਕੇ ਸਾਨੂੰ ਮੁਕਤੀ ਦੇਣਗੇ। ਉਹਨਾਂ ਨੇ ਲੋਕਾਂ ਨੂੰ ਮਤਲਬ ਵਚਨ ਦਿੱਤੇ, ਰਾਹ ਦਿੱਤਾ ਜਿਹੜਾ ਪਰਮੇਸ਼ਵਰ ਨਾਲ ਜੁੜਦਾ। ਪਿਤਾ ਪਰਮੇਸ਼ਵਰ ਦੇ ਵਚਨਾਂ 'ਚ ਲਿਖਿਆ ਹੈ, ਮੈਂ ਹੀ ਜੀਵਨ, ਸੱਚਾਈ ਅਤੇ ਰਾਸਤਾ ਹਾਂ। ਜਿਹੜਾ ਇਨਸਾਨ ਪਰਮੇਸ਼ਵਰ ਨਾਲ ਜੁੜ ਜਾਂਦਾ ਉਹਨੂੰ ਨਵਾਂ ਜੀਵਨ ਮਿਲ ਜਾਂਦਾ, ਕਿਉਂਕਿ ਆਪਣੇ ਪਾਪਾ ਦੀ ਜਦੋਂ ਅਸੀਂ ਆਪਣੇ ਪਾਪਾ ਦੀ ਗੁਨਾਹਾਂ ਦੀ ਮਾफ़ੀ ਮੰਗਦੇ, ਜਿਸ ਸਾਨੂੰ ਮਾफ़ ਕਰਦੇ, ਉਸ ਤੋਂ ਬਾਅਦ ਸਾਨੂੰ ਨਵਾਂ ਜੀਵਨ ਦਿੱਤਾ ਜਾਂਦਾ ਪ੍ਰਭੂ ਯਿਸੂ ਜੀ ਵੱਲੋਂ। ਪ੍ਰਭੂ ਯਿਸੂ ਜੀ ਨੇ ਸਾਨੂੰ ਸੱਚਾਈ ਦੱਸੀ ਕਿ ਦੁਨੀਆ 'ਤੇ ਸਿਰਫ ਇੱਕੋ ਪਰਮੇਸ਼ਵਰ ਹੈ, ਬਾਕੀ ਇਨਸਾਨਾਂ ਨੇ ਖੁਦ ਬਣਾਇਆ। ਦੁਨੀਆ 'ਤੇ ਸਿਰਫ ਇੱਕੋ ਪਰਮੇਸ਼ਵਰ ਹੈ, ਤਾਂ ਪ੍ਰਭੂ ਯਿਸੂ ਹੈ, ਯਹੋਵਾ ਜੀ ਹੈ। ਅਤੇ ਤੀਜਾ, ਪਿਤਾ ਪਰਮੇਸ਼ਵਰ ਨੇ ਆਪਣੇ ਵਚਨ ਦਿੱਤੇ ਜੋ ਕਿ ਸਾਡੇ ਲਈ ਰਾਸਤਾ ਵਾ ਪਰਮੇਸ਼ਵਰ ਤੱਕ ਜਾਣ ਦਾ, ਪਰਮੇਸ਼ਵਰ ਦੇ ਨਾਲ ਜੁੜਨ ਦਾ। ਪ੍ਰਭੂ ਯਿਸੂ ਜੀ ਨੂੰ ਪਤਾ ਸੀਗਾ ਇਸ ਦੁਨੀਆ 'ਤੇ ਆਉਣ ਲਈ, ਕਿ ਪ੍ਰਭੂ ਯਿਸੂ ਜੀ ਨੂੰ ਮਤਲਬ ਆਪਣਾ ਫਿਊਚਰ ਬਿਲਕੁਲ ਪਤਾ ਸੀ ਕਿ ਉਹਨਾਂ ਨੂੰ ਕੋੜੇ ਮਾਰੇ ਜਾਣੇ ਆ, ਉਹਨਾਂ ਨੂੰ ਤਸੀਹੇ ਦਿੱਤੇ ਜਾਣੇ ਆ, ਉਹਨਾਂ ਦੇ ਮਤਲਬ ਲੋਕਾਂ ਨੇ ਉਹਨਾਂ ਦੀ ਬਹੁਤ ਬੇਇੱਜ਼ਤੀ ਕਰਨੀ ਆ। ਪਰ ਫਿਰ ਵੀ ਪ੍ਰਭੂ ਯਿਸੂ ਜੀ ਨੇ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕੀਤਾ। ਉਹਨਾਂ ਨੇ ਬਾਈਬਲ ਦੇ ਵਿੱਚ ਕਿਹਾ ਕਿ ਪਿਤਾ, ਕਿ ਇਹ ਜਿਹੜਾ ਕਸ਼ਟਾਂ ਦਾ ਜਿਹੜਾ ਪਿਆਲਾ ਵਾ ਇਹ ਮਤਲਬ ਟਲ ਜਾਏ, ਪਰ ਜੋ ਚਾਹੁੰਦੇ ਹੋ ਤੁਸੀਂ, ਜੋ ਚਾਹੁੰਦੇ ਹੋ ਉਹੀ ਹੋਵੇ। ਕਿ ਜੇ ਤੁਸੀਂ ਮਤਲਬ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਸੂਲੀ 'ਤੇ ਚੜ੍ਹਾਂ, ਤਾਂ ਮਤਲਬ ਮੈਂ ਸੂਲੀ 'ਤੇ ਚੜ੍ਹਾਂ ਹੀ ਚੜ੍ਹਾਂ, ਕਿ ਮੇਰੀ ਕੋਈ ਮਰਜ਼ੀ ਨਾ ਪੂਰੀ ਹੋਏ, ਮੇਰੇ ਪਿਤਾ ਯਹੋਵਾ ਦੀ ਮਰਜ਼ੀ ਪੂਰੀ ਹੋਏ। ਕਿਉਂਕਿ ਉਹਨੂੰ ਕੋਈ ਵੀ ਅੱਜ ਹੁਣ ਸਾਨੂੰ ਕੋਈ ਕਵੇ ਯਾਰ ਤੂੰ ਸੂਲੀ 'ਤੇ ਚੜ੍ਹ ਜਾ, ਮਤਲਬ ਪ੍ਰਭੂ ਯਿਸੂ ਜੀ ਮਤਲਬ ਯਹੋਵਾ ਜੀ ਨੇ ਆਪਣੇ ਪੁੱਤਰ ਨੂੰ ਕੁਰਬਾਨ ਕੀਤਾ। ਬਹੁਤ ਵੱਡੀ ਗੱਲ ਹੈ, ਬਹੁਤ ਜ਼ਿਆਦਾ ਵੱਡੀ ਗੱਲ ਹੈ ਕਿ ਆਪਣੇ ਇਕਲੌਤੇ ਪੁੱਤਰ ਨੂੰ ਇਸ ਦੁਨੀਆ ਲਈ ਕੁਰਬਾਨ ਕਰਨਾ। ਅੱਜ ਅਸੀਂ ਕਿਸੇ ਵੀ ਮਤਲਬ ਮਾਂ ਪਿਓ ਨੂੰ ਕਹਿ ਦਈਏ ਕਿ ਆਪਣਾ ਪੁੱਤਰ ਸਾਨੂੰ ਦੇ ਦਿਓ, ਅਤੇ ਮਤਲਬ ਅਸੀਂ ਇਹਨੂੰ ਕੁਰਬਾਨ ਕਰਨਾ, ਮਾਂ ਪਿਓ ਕਦੇ ਨਹੀਂ ਮੰਨਦੇ ਕਿ ਲੈ ਇਹ ਮੇਰਾ ਪੁੱਤਰ ਹੈ, ਮੈਂ ਕਿੱਦਾਂ ਕਰਦਾ, ਮੈਂ ਕਿਉਂ ਕਰਦਾ ਇੱਦਾਂ ਅਸੀਂ ਨਹੀਂ ਇਹਨੂੰ ਕੁਰਬਾਨ ਕਰ ਸਕਦੇ, ਸਾਡਾ ਇਕਲੌਤਾ ਪੁੱਤਰ, ਅਸੀਂ ਕਿੱਦਾਂ ਕੁਰਬਾਨ ਕਰ ਦਈਏ। ਅਤੇ ਜੇ ਅਸੀਂ ਉਸ ਨਿਆਣੇ ਨੂੰ ਮਤਲਬ ਜਿਹਨੂੰ ਕੁਰਬਾਨ ਕਰਨਾ ਸੀ ਉਹਨੂੰ ਵੀ ਕਹਿ ਦੇਈਏ ਨਾ ਕਿ ਤੈਨੂੰ ਲੋਕਾਂ ਨੇ ਸੂਲੀ 'ਤੇ ਚੜ੍ਹਨਾ, ਇੱਦਾਂ ਕਰਨਾ, ਅਗਲਾ ਕਹਿ ਦੂਗਾ ਮੈਂ ਪਹਾੜ 'ਚ ਜਾਏ ਦੁਨੀਆ, ਮੈਂ ਦੁਨੀਆ ਨੂੰ ਕੀ ਕਰਨਾ, ਕਿ ਮੈਂ ਨਹੀਂ ਸੂਲੀ 'ਤੇ ਚੜ੍ਹ ਸਕਦਾ, ਮੈਂ ਆਪਣੇ ਆਪ ਨੂੰ ਇੰਨੇ ਮਤਲਬ ਕਸ਼ਟ ਨਹੀਂ ਦੇ ਸਕਦਾ। ਪ੍ਰਭੂ ਯਿਸੂ ਜੀ ਨੂੰ ਵੀ ਸਾਰਾ ਕੁਛ ਪਤਾ ਸੀ ਕਿ ਉਹਨਾਂ ਨੂੰ ਮਤਲਬ ਉਹਨਾਂ ਦੇ ਕਿੱਲ ਠੋਕੇ ਜਾਣਗੇ, ਉਹਨਾਂ ਦੇ ਕੋੜੇ ਮਾਰੇ ਜਾਣਗੇ, ਕੰਡਿਆਂ ਦਾ ਤਾਜ ਪਾਇਆ ਜਾਏਗਾ, ਉਹਨਾਂ ਦੀ ਬੇਇੱਜ਼ਤੀ ਕੀਤੀ ਜਾਊਗੀ। ਪਰ ਫਿਰ ਵੀ ਪ੍ਰਭੂ ਯਿਸੂ ਜੀ ਨੇ ਸਾਡੇ ਲਈ, ਸਾਨੂੰ ਲੋਕਾਂ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ। ਉਹਨਾਂ ਨੇ ਆਪਣੇ ਪਿਤਾ ਯਹੋਵਾ ਜੀ ਦੀ ਮਰਜ਼ੀ ਨੂੰ ਪੂਰਾ ਕੀਤਾ। ਅਤੇ ਇਸ ਲਈ ਪਿਤਾ ਜਦੋਂ ਪ੍ਰਭੂ ਯਿਸੂ ਜੀ ਨੇ ਮਤਲਬ ਜਦੋਂ ਮਨ 'ਚ ਪ੍ਰਭੂ ਯਿਸੂ ਜੀ ਨੂੰ ਜਦੋਂ ਪਤਾ ਲੱਗਾ ਸੀ ਕਿ ਉਹਨਾਂ ਦਾ ਜਿਹੜਾ ਚੇਲਾ ਵਾ ਉਹ ਪ੍ਰਭੂ ਯਿਸੂ ਜੀ ਨੂੰ ਮਤਲਬ ਦੂਜੇ ਲੋਕਾਂ ਦੇ ਹੱਥ ਫੜਾਉਣ ਚੱਲਾ ਵਾ। ਪ੍ਰਭੂ ਯਿਸੂ ਜੀ ਨੂੰ ਜਦੋਂ ਪਤਾ ਸੀਗਾ, ਮਤਲਬ ਪ੍ਰਭੂ ਯਿਸੂ ਜੀ ਨੇ ਜਿਹੜਾ ਯਹੂਦਾ ਨੂੰ ਦੇਖਿਆ ਸੀਗਾ, ਅਤੇ ਮਤਲਬ ਪ੍ਰਭੂ ਯਿਸੂ ਜੀ ਨੂੰ ਉਹਦੇ ਵੱਲ ਦੇਖ ਕੇ ਪਤਾ ਲੱਗਿਆ ਸੀ ਕਿ ਇਹੀ ਉਹ ਆ ਮੇਰਾ ਚੇਲਾ ਵਾ, ਜਿਹਨੇ ਮਤਲਬ ਦੂਜੇ ਲੋਕਾਂ ਤੋਂ ਜਿਹੜੇ ਮੇਰੇ ਦੁਸ਼ਮਣਾਂ ਕੋਲ ਜਾ ਕੇ ਮੈਨੂੰ ਫੜਾ ਦੇਣਾ। ਮਤਲਬ ਜਿਹੜੇ ਲੋਕ ਪ੍ਰਭੂ ਯਿਸੂ ਜੀ ਨਾਲ ਮਤਲਬ ਵੈਰ ਰੱਖਦੇ ਸੀਗੇ, ਮਤਲਬ ਪ੍ਰਭੂ ਯਿਸੂ ਜੀ ਨੂੰ ਚੰਗਾ ਨਹੀਂ ਸਮਝਦੇ, ਉਹਨਾਂ ਦੇ ਹੱਥ ਇਹਨੇ ਮੈਨੂੰ ਫੜਾ ਦੇਣਾ। ਪ੍ਰਭੂ ਯਿਸੂ ਜੀ ਨੂੰ ਪਤਾ ਸੀਗਾ, ਪਰ ਫਿਰ ਵੀ ਪ੍ਰਭੂ ਯਿਸੂ ਜੀ ਨੇ ਉਹਨੂੰ ਕੁਛ ਨਹੀਂ ਕਿਹਾ, ਉਹਨੂੰ ਮਾਰਿਆ ਨਹੀਂ, ਉਹਨੂੰ ਕੁੱਟਿਆ ਨਹੀਂ, ਉਹਨੂੰ ਗਾਲਾਂ ਨਹੀਂ ਕੱਢਿਆ। ਪ੍ਰਭੂ ਯਿਸੂ ਨੇ ਉਹਨੂੰ ਇੱਦਾਂ ਦਾ ਕੁਛ ਨਹੀਂ ਕੀਤਾ ਉਹਨੂੰ। ਫਿਰ ਵੀ ਪ੍ਰਭੂ ਯਿਸੂ ਜੀ ਨੇ ਡਿਸੀਜ਼ਨ ਲਿਆ ਆਪਣੇ ਮਨ 'ਚ ਕਿ ਇਹ ਮੇਰੀ ਪਰਮੇਸ਼ਵਰ ਦੀ ਮਰਜ਼ੀ ਹੈ, ਇਹ ਮੇਰੇ ਪਿਤਾ ਯਹੋਵਾ ਦੀ ਮਰਜ਼ੀ ਹੈ। ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕੀਤਾ, ਜਿਹਦਾ ਪਿਤਾ ਪਰਮੇਸ਼ਵਰ ਆਪਣੇ ਵਚਨ 'ਚ ਕਹਿੰਦਾ ਕਿ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰੋ। ਪ੍ਰਭੂ ਯਿਸੂ ਜੀ ਨੇ ਜਿੰਨੇ ਵੀ ਸਾਨੂੰ ਵਚਨ ਦਿੱਤੇ ਆ, ਝੂਠ ਨਹੀਂ ਬੋਲਣਾ, ਚੋਰੀ ਨਹੀਂ ਕਰਨਾ, ਵਿਚਾਰ ਨਹੀਂ ਕਰਨਾ, ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨਾ, ਇਹ ਸਾਰੇ ਜਿੰਨੇ ਵੀ ਵਚਨ ਸਾਨੂੰ ਪ੍ਰਭੂ ਯਿਸੂ ਜੀ ਨੇ ਦਿੱਤੇ ਆ, ਇਹ ਸਾਰੇ ਪ੍ਰਭੂ ਯਿਸੂ ਜੀ ਨੇ ਆਪਣੇ 'ਤੇ ਫੋਲੋ ਕੀਤੇ ਹੋਏ ਆ। ਇਹ ਸਾਰੇ ਪ੍ਰਭੂ ਯਿਸੂ ਜੀ ਨੇ ਫੋਲੋ ਕੀਤੇ ਵਚਨ। ਪ੍ਰਭੂ ਯਿਸੂ ਜੀ ਨੇ ਝੂਠ ਨਹੀਂ ਬੋਲਿਆ, ਉਹਨਾਂ ਨੇ ਚੋਰੀ ਨਹੀਂ ਕੀਤੀ ਕਦੇ, ਉਹਨਾਂ ਨੇ ਕਦੇ ਕਿਸੇ ਲਈ ਆਪਣੇ ਮਨ 'ਚ ਨਫ਼ਰਤ ਨਹੀਂ ਰੱਖੀ, ਈਰਖਾ ਨਹੀਂ ਰੱਖੀ, ਉਹਨਾਂ ਨੇ ਕਦੇ ਆਪਣੀ ਲਾਈਫ 'ਚ ਮਤਲਬ ਗਲਤ ਕੰਮ ਨਹੀਂ ਕੀਤਾ, ਵਿਚਾਰ ਨਹੀਂ ਕੀਤਾ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੂੰ ਸੂਲੀ 'ਤੇ ਚੜ੍ਹਿਆ ਜਾਣਾ, ਇਹ ਉਹਨਾਂ ਦੇ ਪਿਤਾ ਯਹੋਵਾ ਜੀ ਦੀ ਮਰਜ਼ੀ। ਉਹਨਾਂ ਨੇ ਆਪਣੇ ਪਿਤਾ ਯਹੋਵਾ ਜੀ ਦੀ ਮਰਜ਼ੀ ਨੂੰ ਪੂਰਾ ਕਰਨ ਲਈ ਆਪ ਸੂਲੀ 'ਤੇ ਕੁਰਬਾਨ ਹੋ ਗਏ। ਪ੍ਰਭੂ ਯਿਸੂ ਜੀ ਨੇ ਜਿੰਨੇ ਵੀ ਸਾਨੂੰ ਬਾਈਬਲ 'ਚ ਵਚਨ ਦਿੱਤੇ ਆ ਉਹ ਸਭ ਪ੍ਰਭੂ ਯਿਸੂ ਜੀ ਨੇ ਫੋਲੋ ਕੀਤੇ ਹੋਏ ਆ। ਇਸ ਲਈ ਉਹ ਪਰਮੇਸ਼ਵਰ ਨਾਲ ਜੁੜੇ ਹੋਏ, ਇਸ ਲਈ ਉਹ ਪਿਤਾ ਨਾਲ ਜੁੜੇ ਹੋਏ ਆ, ਕਿਉਂਕਿ ਜੋ ਉਹਨਾਂ ਨੂੰ ਪਿਤਾ ਨੇ ਕਿਹਾ ਸੀ ਉਹਨਾਂ ਨੇ ਉਹ ਕੀਤਾ ਵਾ। ਅਤੇ ਜੋ ਸਾਨੂੰ ਪ੍ਰਭੂ ਯਿਸੂ ਜੀ ਨੇ, ਸਾਡੇ ਪਿਤਾ ਨੇ ਸਾਨੂੰ ਕਿਹਾ ਵਾ, ਜੇ ਅਸੀਂ ਉਹ ਸਭ ਕੁਛ ਕਰਾਂਗੇ ਤਾਂ ਹੀ ਅਸੀਂ ਪਿਤਾ ਨਾਲ ਜੁੜ ਸਕਦੇ ਹਾਂ। ਜਿਵੇਂ ਪ੍ਰਭੂ ਯਿਸੂ ਜੀ ਯਹੋਵਾ ਪਿਤਾ ਨਾਲ ਜੁੜੇ ਆ, ਉਵੇਂ ਅਸੀਂ ਪ੍ਰਭੂ ਯਿਸੂ ਨਾਲ ਜੁੜ ਸਕਦੇ ਹਾਂ ਜੇ ਅਸੀਂ ਉਹਨਾਂ ਦੇ ਵਚਨਾਂ 'ਤੇ ਚੱਲੀਏ ਤਾਂ। ਹੁਣ ਜਿੱਦਾਂ ਸਾਨੂੰ ਪਤਾ ਕਿ ਸਾਡੇ ਦੁਨੀਆ 'ਤੇ ਦੋ ਪਿਤਾ ਹੈ, ਇੱਕ ਸਾਡੇ ਆਤਮਿਕ ਪਿਤਾ ਪ੍ਰਭੂ ਯਿਸੂ ਜੀ, ਇੱਕ ਸਾਡੇ ਸਰੀਰਕ ਪਿਤਾ ਮਤਲਬ ਜਿਹੜੇ ਸਾਡੇ ਮਾਤਾ ਪਿਤਾ। ਪ੍ਰਭੂ ਯਿਸੂ ਕਹਿੰਦੇ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰੋ।
ਅਸੀਂ ਦੋਨਾਂ ਦੀ ਮਾਤਾ ਪਿਤਾ ਦੇ ਜੋ ਹੁਣ ਜਿੱਦਾਂ ਅਸੀਂ ਪ੍ਰਭੂ ਯਿਸੂ ਜੀ ਨੇ ਕਿਹਾ ਤੁਸੀਂ ਚੋਰੀ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਇਹ ਸੇਮ ਵਚਨ ਸਾਡੇ ਜਿਹੜੇ ਸਰੀਰਕ ਪਿਤਾ ਮਾਤਾ ਪਿਤਾ ਜੋ ਇੱਥੇ ਹੈਗੇ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਉਹ ਵੀ ਸਾਨੂੰ ਸੇਮ ਕਹਿੰਦੇ ਆ ਕਿ ਤੁਸੀਂ ਚੋਰੀ ਨਹੀਂ ਕਰਨੀ, ਕੋਈ ਗਲਤ ਕੰਮ ਨਹੀਂ ਕਰਨਾ, ਝੂਠ ਨਹੀਂ ਬੋਲਣਾ ਅਤੇ ਆਪਣੇ ਮਾਂ ਪਿਓ ਦਾ ਹਮੇਸ਼ਾ ਕਹਿਣਾ ਮੰਨਣਾ। ਉਹ ਸਾਨੂੰ ਸੇਮ ਉਹ ਚੀਜ਼ਾਂ ਦਿਖਾਉਂਦੇ ਆ। ਪ੍ਰਭੂ ਯਿਸੂ ਜੀ ਨੇ ਆਪਣੇ ਵਚਨਾਂ ਨੂੰ ਸਾਡੇ ਤੱਕ ਪਹੁੰਚਾਉਣ ਲਈ ਸਭ ਤੋਂ ਪਹਿਲਾਂ ਸਾਡੀ ਜ਼ਿੰਦਗੀ ਵਿੱਚ ਸਾਡੇ ਮਾਤਾ ਪਿਤਾ ਨੂੰ ਚੁਣਿਆ। ਸਾਡੇ ਮਾਤਾ ਪਿਤਾ ਸਾਨੂੰ ਕਹਿੰਦੇ ਆ ਤੁਸੀਂ ਚੋਰੀ ਨਹੀਂ ਕਰਨੀ, ਚੁਗਲੀ ਨਹੀਂ ਕਰਨੀ ਅਤੇ ਸਾਰਿਆਂ ਨਾਲ ਪਿਆਰ ਕਰਨਾ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨਾ। ਹਰ ਬੱਚੇ ਨੂੰ ਜਦੋਂ ਛੋਟਾ ਹੁੰਦਾ ਉਹਨੂੰ ਹਰ ਬੱਚੇ ਨੂੰ ਉਹਦੇ ਮਾਤਾ ਪਿਤਾ ਇਹੀ ਸਿਖਾਉਂਦੇ। ਇਹ ਸਭ ਕੁਛ ਅਸੀਂ ਬਾਈਬਲ 'ਚ ਵੀ ਪੜ੍ਹਦੇ ਹਾਂ। ਇਸ ਲਈ ਪ੍ਰਭੂ ਯਿਸੂ ਜੀ ਨੇ ਸਾਨੂੰ ਸ਼ੁਰੂ ਤੋਂ ਹੀ ਬਾਈਬਲ ਦੇ ਵਚਨ ਦੱਸਣੇ ਸਟਾਰਟ ਕਰਤੇ। ਜਦੋਂ ਅਸੀਂ ਜੰਮੇ ਸੀ ਉਦੋਂ ਹੀ ਸਾਨੂੰ ਪ੍ਰਭੂ ਯਿਸੂ ਜੀ ਨੇ ਸਾਡੇ ਮਾਤਾ ਪਿਤਾ ਦੇ ਜ਼ਰੀਏ ਸਾਨੂੰ ਪਵਿੱਤਰਤਾ ਇਹਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਸੀ। ਇਸ ਲਈ ਸਾਨੂੰ ਆਪਣੇ ਜਿਹੜੇ ਸਾਡੇ ਸਰੀਰਕ ਮਾਤਾ ਪਿਤਾ ਉਹਨਾਂ ਦਾ ਵੀ ਅਤੇ ਆਪਣੇ ਪਿਤਾ ਯਹੋਵਾ ਪ੍ਰਭੂ ਯਿਸੂ ਜੀ ਦਾ ਵੀ ਆਗਿਆ ਦਾ ਪਾਲਣ ਕਰਨਾ ਚਾਹੀਦਾ। ਜੋ ਸਾਡੇ ਮਾਤਾ ਪਿਤਾ ਸਾਨੂੰ ਕਹਿੰਦੇ ਆ ਉਹਨਾਂ ਹੁਕਮਾਂ ਨੂੰ ਪਾਲਣਾ ਕਰਨੀ ਚਾਹੀਦੀ ਆ। ਪਿਤਾ ਪਰਮੇਸ਼ਵਰ ਕਹਿੰਦੇ ਆ, ਜਿਵੇਂ ਪਿਤਾ ਪਰਮੇਸ਼ਵਰ ਜੀ ਨੂੰ ਪਤਾ ਸੀਗਾ, ਪਿਤਾ ਪਰਮੇਸ਼ਵਰ ਨੇ ਆਪਣੇ ਵਚਨਾਂ 'ਚ ਕਿਹਾ ਕਿ ਜਿਹੜੇ ਵੀ ਮੈਂ ਤੁਹਾਨੂੰ ਹੁਕਮ ਦਿੱਤੇ ਆ, ਜਿੱਦਾਂ ਪਿਤਾ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਚੋਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਪਿਤਾ ਪਰਮੇਸ਼ਵਰ ਕਹਿੰਦੇ ਜਿਹੜੇ ਵੀ ਮੈਂ ਤੁਹਾਨੂੰ ਹੁਕਮ ਦਿੱਤੇ ਆ ਉਹ ਮੇਰੇ ਪਿਤਾ ਨੇ ਮੈਨੂੰ ਸਿਖਾਇਆ, ਪਿਤਾ ਯਹੋਵਾ ਨੇ ਮੈਨੂੰ ਸਿਖਾਇਆ, ਉਹ ਮੈਨੂੰ ਪਿਤਾ ਯਹੋਵਾ ਨੇ ਮੈਨੂੰ ਦਿੱਤੇ ਆ। ਅਤੇ ਜਿੰਨੇ ਵੀ ਵਚਨ ਆਏ ਸਾਨੂੰ ਪਵਿੱਤਰਤਾ ਦੇ ਨਾਲ ਜੋੜਦੇ ਆ। ਇਹ ਸਾਨੂੰ ਦੁਨੀਆ ਤੋਂ ਅਲੱਗ ਕਰ ਦਿੰਦੇ ਆ। ਜਦੋਂ ਦੁਨੀਆ ਚੋਰੀ ਕਰਦੇ ਸੀ, ਚੋਰੀ ਨਹੀਂ ਕਰਦੇ ਸੀ, ਇਹਨਾਂ ਦੁਨੀਆ ਤੋਂ ਅਲੱਗ ਦਿਖਦੇ ਆ। ਇਹ ਲੋਕ ਚੁਗਲੀਆਂ ਕਰਦੇ ਸੀ, ਚੁਗਲੀਆਂ ਨਹੀਂ ਕਰਦੇ ਸੀ, ਇਹਨਾਂ ਲੋਕਾਂ ਤੋਂ ਅਲੱਗ ਦਿਖਦੇ ਆ। ਇਹ ਆਪਣੇ ਮਾਤਾ ਪਿਤਾ ਨੂੰ ਬੋਲਦੇ ਆ, ਗਾਲਾਂ ਕੱਢਦੇ ਆ। ਅਸੀਂ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਦੇ, ਜੋ ਸਾਡੇ ਮਾਤਾ ਪਿਤਾ ਕਹਿੰਦੇ ਸੀ ਉਹ ਕਰਦੇ ਆ। ਅਸੀਂ ਇਹਨਾਂ ਤੋਂ ਅਲੱਗ ਦਿਖਦੇ ਹਾਂ। ਪਿਤਾ ਪਰਮੇਸ਼ਵਰ ਨੇ ਸਾਨੂੰ ਚੁਣਿਆ, ਇਸ ਲਈ ਅਸੀਂ ਇਹਨਾਂ ਦੁਨੀਆ ਤੋਂ ਅਲੱਗ। ਪ੍ਰਭੂ ਯਿਸੂ ਜੀ ਨੇ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਕੇ ਉਹਨਾਂ ਦੇ ਪੁੱਤਰ ਕਹਿਲਾਏ ਸੀਗੇ। ਪ੍ਰਭੂ ਯਿਸੂ ਜੀ ਨੂੰ ਇਸ ਲਈ ਪਿਤਾ ਯਹੋਵਾ ਜੀ ਦਾ ਪੁੱਤਰ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕੀਤਾ। ਉਹਦੇ ਪ੍ਰਭੂ ਯਹੋਵਾ ਜੀ ਨੇ ਜਿੰਨੇ ਹੁਕਮ ਯਿਸੂ ਜੀ ਨੂੰ ਦਿੱਤੇ, ਯਿਸੂ ਜੀ ਨੇ ਉਹਨਾਂ ਨੂੰ ਸਾਰਿਆਂ ਨੂੰ ਫੋਲੋ ਕੀਤਾ। ਸਾਰੇ ਜਿੰਨੇ ਮਤਲਬ ਹੁਕਮ ਦਿੱਤੇ, ਚੋਰੀ ਨਹੀਂ ਕਰਨੀ, ਵਿਆਭਿਚਾਰ ਨਹੀਂ ਕਰਨਾ, ਸਾਰਿਆਂ ਨੂੰ ਪ੍ਰਭੂ ਯਿਸੂ ਜੀ ਨੇ ਫੋਲੋ ਕੀਤਾ। ਇਸ ਲਈ ਯਹੋਵਾ ਜੀ ਦੀ ਸੱਜੇ ਹੱਥ ਪ੍ਰਭੂ ਯਿਸੂ ਜੀ ਇਸ ਟਾਈਮ ਸਵਰਗ 'ਚ ਬੈਠੇ ਆ। ਉਹਨਾਂ ਨੇ ਆਪਣੇ ਪਿਤਾ ਨੂੰ ਖੁਸ਼ ਕੀਤਾ, ਇਸ ਲਈ ਉਹ ਨਾਲ ਹੈ, ਉਹਨਾਂ ਦੇ ਪਿਤਾ ਉਹਨਾਂ ਦੇ ਨਾਲ ਹੈ। ਜਦੋਂ ਅਸੀਂ ਆਪਣੇ ਪਿਤਾ ਪ੍ਰਭੂ ਯਿਸੂ ਜੀ ਦੇ ਜਿੰਨੇ ਮਤਲਬ ਪ੍ਰਭੂ ਯਿਸੂ ਜੀ ਨੇ ਸਾਨੂੰ ਹੁਕਮ ਦਿੱਤੇ ਆ, ਜਦੋਂ ਅਸੀਂ ਇਹਨਾਂ ਸਾਰੇ ਹੁਕਮਾਂ ਦੀ ਪਾਲਣਾ ਕਰਾਂਗੇ ਤਾਂ ਅਸੀਂ ਵੀ ਆਪਣੇ ਪਿਤਾ ਦੇ ਨਾਲ ਹੋਵਾਂਗੇ, ਅਸੀਂ ਵੀ ਆਪਣੇ ਪ੍ਰਭੂ ਯਿਸੂ ਜੀ ਦੇ ਨਾਲ ਹੋਵਾਂਗੇ। ਪ੍ਰਭੂ ਯਿਸੂ ਜੀ ਦਾ ਜਦੋਂ ਅੰਦਰ ਸਮਾਂ ਨੇੜੇ ਆਉਣਾ, ਪ੍ਰਭੂ ਯਿਸੂ ਜੀ ਨੇ ਸਾਨੂੰ ਨਾਲ ਲੈ ਕੇ ਜਾਣਾ ਵਾ ਇਸ ਦੁਨੀਆ ਤੋਂ। ਅਤੇ ਉਹਨਾਂ ਨੇ ਮਤਲਬ ਆਪਣੇ ਸਾਰੇ ਦੂਤ ਦੁਨੀਆ 'ਚ ਭੇਜਣੇ ਆ, ਸਾਰੇ ਦੇ ਕੋਨੇ ਕੋਨੇ 'ਚ ਦੂਤ ਜਾਣਗੇ ਪ੍ਰਭੂ ਯਿਸੂ ਜੀ ਦੇ, ਅਤੇ ਉਹ ਪ੍ਰਭੂ ਯਿਸੂ ਜੀ ਦੇ ਬੱਚਿਆਂ ਨੂੰ ਇਕੱਠਾ ਕਰਨਗੇ ਅਤੇ ਉਹ ਸਾਰੇ ਬੱਚੇ ਪ੍ਰਭੂ ਯਿਸੂ ਜੀ ਦੇ ਨਾਲ ਸਵਰਗ ਵਿੱਚ ਜਾਣਗੇ ਅਤੇ ਅਸੀਂ ਸਦਵੀ ਜੀਵਨ ਪਾਵਾਂਗੇ। ਪ੍ਰਭੂ ਯਿਸੂ ਜੀ ਨੇ ਆਪਣੇ ਵਚਨਾਂ 'ਚ ਕਿਹਾ ਕਿ ਮੈਂ ਸਦਵੀ ਜੀਵਨ ਦਾ ਭੋਜਨ ਹਾਂ। ਸਦਵੀ ਜੀਵਨ ਦਾ ਭੋਜਨ ਆ ਮਤਲਬ ਸਦਾ ਰਹਿਣ ਵਾਲਾ ਭੋਜਨ। ਮੈਂ ਜੀਵਨ ਦਾ ਚਾਨਣ ਆ। ਪ੍ਰਭੂ ਯਿਸੂ ਜੀ ਜਿਸ ਇਨਸਾਨ ਦੀ ਜ਼ਿੰਦਗੀ 'ਚ ਪ੍ਰਭੂ ਯਿਸੂ ਜੀ ਆਉਂਦਾ, ਉਹ ਇਨਸਾਨ ਦੀ ਜ਼ਿੰਦਗੀ 'ਚ ਅੰਧਕਾਰ ਮਿਟ ਜਾਂਦਾ ਹੈ। ਉਹ ਚੋਰੀ ਕਰਨਾ ਛੱਡ ਦਿੰਦਾ, ਚੁਗਲੀ ਕਰਨਾ ਛੱਡ ਦਿੰਦਾ, ਵਿਚਾਰ ਕਰਨਾ ਛੱਡ ਦਿੰਦਾ, ਆਪਣੇ ਮਾਤਾ ਪਿਤਾ ਦੀ ਰਿਸਪੈਕਟ ਕਰਦਾ। ਉਹਦੇ ਜ਼ਿੰਦਗੀ ਤੋਂ ਜਿੰਨੇ ਵੀ ਅੰਧਕਾਰ ਆ ਉਹ ਖਤਮ ਹੋ ਜਾਂਦੇ ਆ। ਉਹਦੀ ਜ਼ਿੰਦਗੀ 'ਚ ਪ੍ਰਭੂ ਯਿਸੂ ਜੀ ਦੇ ਵਚਨਾਂ ਦੀ ਰੌਸ਼ਨੀ ਆਉਂਦੀ ਹੈ, ਉਹ ਰੌਸ਼ਨ ਹੋ ਜਾਂਦਾ। ਅਤੇ ਇਸ ਦੁਨੀਆ 'ਤੇ ਜਿਹੜੇ ਪ੍ਰਭੂ ਯਿਸੂ ਜੀ ਦੇ ਬੱਚੇ ਹੈ ਉਹ ਲਾਈਟਾਂ ਵਾਂਗ ਜਗਦੇ ਆ। ਇਹ ਸਾਰੀ ਦੁਨੀਆ ਜਿਹੜੀ ਅੰਧੇਰਾ ਉਹਦੇ ਵਿੱਚ ਜਿੰਨੇ ਵੀ ਪ੍ਰਭੂ ਯਿਸੂ ਜੀ ਦੇ ਬੱਚੇ ਆ ਉਹ ਲਾਈਟਾਂ ਵਾਂਗ ਜਗਦੇ ਆ। ਉਹਨਾਂ ਤੋਂ ਪਤਾ ਲੱਗਦਾ ਕਿ ਇਹ ਲਾਈਟ ਹੈ, ਇਹ ਇਹਨਾਂ ਦੀ ਜ਼ਿੰਦਗੀ 'ਚ ਚਾਨਣ ਹੈ, ਮਤਲਬ ਪ੍ਰਭੂ ਯਿਸੂ ਦੇ ਬੱਚੇ ਆ। ਸਾਡੇ ਜ਼ਿੰਦਗੀ ਅਸੀਂ ਵਿਚਾਰ ਕਰਦੇ ਹਾਂ, ਉਹ ਸਾਡੇ ਸਰੀਰ ਦੀ 2 ਮਿੰਟ ਜਾਂ 5 ਮਿੰਟ ਦੀ ਕੁਛ ਮਰਜ਼ੀ ਕਰਦੇ ਹਾਂ, ਜੋ ਵੀ ਅਸੀਂ ਗਲਤ ਕੰਮ ਕਰਦੇ ਹਾਂ ਉਹ ਅਸੀਂ ਸਰੀਰ ਲਈ ਕਰਦੇ ਹਾਂ। ਅਤੇ ਜਦੋਂ ਅਸੀਂ ਸਰੀਰ ਨਾਲ ਕੋਈ ਗਲਤ ਕੰਮ ਚੋਰੀ ਕਰਦੇ ਹਾਂ, ਅਸੀਂ ਕਰਦੇ ਤਾਂ ਆਪਣੇ ਸਰੀਰ ਦੇ ਨਾਲ, ਪਰ ਗੰਦੀ ਸਾਡੀ ਆਤਮਾ ਹੁੰਦੀ ਹੈ। ਹੁਣ ਅਸੀਂ ਕਹਿੰਦੇ ਹਾਂ ਕਿ ਲੈ ਜਦੋਂ ਮਰ ਗਏ ਉਦੋਂ ਕਿਹੜਾ ਕੁਛ ਨਾਲ ਜਾਣਾ, ਪਰ ਅਸੀਂ ਭੁੱਲ ਜਾਂਦੇ ਕਿ ਸਾਡੀ ਜਿਹੜੀ ਆਤਮਾ ਵਾ ਉਹ ਉੱਪਰ ਜਾਣੀ ਹੈ, ਉਹ ਪਰਮੇਸ਼ਵਰ ਦੇ ਅੱਗੇ ਜਾਣੀ ਹੈ। ਜਿੰਨਾ ਅਸੀਂ ਇੱਥੇ ਗਲਤ ਕੰਮ ਕਰਦੇ ਹਾਂ ਉਨੀ ਸਾਡੀ ਆਤਮਾ ਗੰਦੀ ਹੁੰਦੀ ਹੈ, ਇੰਨੀ ਗੰਦੀ। ਹੁਣ ਦੇਖ ਲਓ ਗੰਦੀ ਆਤਮਾ ਨੂੰ ਪਰਮੇਸ਼ਵਰ ਕਿੱਦਾਂ ਦੇਖਣਗੇ? ਉਹ ਨਹੀਂ ਕਹਿਣਗੇ ਕਿ ਨਹੀਂ ਇਹ ਬਹੁਤ ਗੰਦੀ ਆਤਮਾ, ਇਹਨੂੰ ਮੇਰੇ ਤੋਂ ਪਰਾਂ ਕਰ ਦਿਓ, ਇਹਨੂੰ ਨਰਕ ਸੁੱਟੋ ਜਾ ਕੇ। ਜੇ ਅਸੀਂ ਉਹੀ ਚੰਗੇ ਕੰਮ ਕਰਾਂਗੇ ਨਾ, ਪਿਤਾ ਪਰਮੇਸ਼ਵਰ ਨੇ ਕਹਿਣਾ ਹਾਂ ਇਹ ਮੇਰਾ ਬੱਚਾ ਬਹੁਤ ਚੰਗਾ ਹੈ, ਬਹੁਤ ਸਾਫ਼ ਸੁਥਰਾ ਹੈ, ਇਹਦੀ ਆਤਮਾ ਬਹੁਤ ਸਾਫ਼ ਸੁਥਰੀ ਹੈ, ਇਹਨੂੰ ਸਵਰਗ 'ਚ ਭੇਜੋ, ਇਹ ਮੇਰੇ ਨਾਲ ਸਵਰਗ 'ਚ ਰਹੂਗਾ। ਸਰੀਰ ਨੂੰ ਤਾਂ ਅਸੀਂ ਲੋਕਾਂ ਨੂੰ ਦਿਖਾਉਣਾ ਵਾ, ਇਸ ਲਈ ਅਸੀਂ ਸਰੀਰ ਨੂੰ ਬਹੁਤ ਵਧੀਆ ਰੱਖਦੇ ਹਾਂ, ਨਹਾ ਧੋ ਕੇ, ਲਿਪਸਟਿਕਾਂ ਲਾ ਕੇ, ਪਾਊਡਰ ਸ਼ਾਊਡਰ ਲਾ ਕੇ, ਮਤਲਬ ਵਧੀਆ ਰੱਖਦੇ ਹਾਂ। ਪਰ ਅਸੀਂ ਆਤਮਾ ਨੂੰ ਪਾਪ ਕਰੀ ਜਾਂਦੇ ਹਾਂ,
ਝੂਠ ਬੋਲੀ ਜਾਂਦੇ ਹਾਂ, ਕੁੜੀ ਮੁੰਡੇ ਵੱਲ ਦੇਖ ਕੇ ਗਲਤ ਉਹ ਬਣਾਈ ਜਾਂਦੇ ਹਾਂ, ਆਪਣੀ ਆਤਮਾ ਨੂੰ ਗੰਦੇ, ਸਰੀਰ ਨੂੰ ਸਵਾਰੀ ਜਾਂਦੇ ਹਾਂ, ਆਤਮਾ ਨੂੰ ਗੰਦਾ ਕਰੀ ਜਾਂਦੇ ਹਾਂ, ਆਤਮਾ ਨੂੰ ਗੰਦਾ ਕਰੀ ਜਾਂਦੇ ਹਾਂ। ਜਿਹੜੀ ਚੀਜ਼ ਦੁਨੀਆ ਨੇ ਦੇਖਣੀ ਆ ਉਹਨੂੰ ਸਾਫ਼ ਕਰੀ ਜਾਓ, ਜਿਹੜੀ ਚੀਜ਼ ਪਰਮੇਸ਼ਵਰ ਨੇ ਦੇਖਣੀ ਆ ਉਹਨੂੰ ਗੰਦੇ ਕਰੀ ਜਾਓ। ਪਿਤਾ ਪਰਮੇਸ਼ਵਰ ਨੇ ਤੁਹਾਡੇ ਸਰੀਰ ਨੂੰ ਨਹੀਂ ਦੇਖਣਾ। ਤੁਸੀਂ ਇੱਥੇ ਮਤਲਬ ਹੁਣ ਜਿੱਦਾਂ ਹੀ ਪਾਊਡਰ ਲਿਪਸਟਿਕਾਂ ਲਾ ਕੇ ਜਾਂਦੇ ਹਾਂ, ਪਰ ਅਸੀਂ ਸਵਰਗ 'ਚ ਐਵੇਂ ਲਿਪਸਟਿਕਾਂ, ਜਦੋਂ ਪਿਤਾ ਪਰਮੇਸ਼ਵਰ ਨੇ ਸੰਤ ਟਾਈਮ ਆਉਣਾ ਵਾ, ਪਿਤਾ ਪਰਮੇਸ਼ਵਰ ਨੇ, ਉਦੋਂ ਪਿਤਾ ਪਰਮੇਸ਼ਵਰ ਨੇ ਨਹੀਂ ਕਹਿਣਾ ਕਿ ਹਾਂ ਤੇਰਾ ਮੂੰਹ ਬਹੁਤ ਸੋਹਣਾ, ਚੱਲ ਮੈਂ ਤੈਨੂੰ ਸਵਰਗ ਲੈ ਜਾ। ਪਿਤਾ ਪਰਮੇਸ਼ਵਰ ਸਰੀਰ ਨਹੀਂ, ਆਤਮਾ ਦੇਖਣ ਆਇਆ। ਉਹਨਾਂ ਨੇ ਸਾਡੀ ਆਤਮਾ ਦੇਖਣੀ। ਆਪਣੀ ਆਤਮਾ ਨੂੰ ਸਾਫ਼ ਰੱਖੋ। ਅਸੀਂ ਆਤਮਾ ਨੂੰ ਕਿਵੇਂ ਸਾਫ਼ ਰੱਖ ਸਕਦੇ ਹਾਂ? ਜੇ ਅਸੀਂ ਪਾਪਾਂ ਤੋਂ ਦੂਰ ਰਹਾਂਗੇ, ਅਸੀਂ ਪਾਪ ਨਹੀਂ ਕਰਾਂਗੇ ਤਾਂ ਸਾਡੀ ਆਤਮਾ ਸਾਫ਼ ਹੈ। ਜਿੰਨਾ ਹੋ ਸਕੇ ਪਿਤਾ ਪਰਮੇਸ਼ਵਰ ਦੇ ਨਾਲ ਟਾਈਮ ਬਤੀਤ ਕਰੋ। ਕਹਿੰਦੇ ਜਦੋਂ ਇਕੱਲੇ ਹੋਵੋ ਉਦੋਂ ਪਰਮੇਸ਼ਵਰ ਨਾਲ ਗੱਲ ਕਰੋ, ਅਤੇ ਜਦੋਂ ਕਿਸੇ ਦੇ ਨਾਲ ਹੋਵੋ ਉਦੋਂ ਪਰਮੇਸ਼ਵਰ ਵਾਲੀ ਗੱਲ ਕਰੋ। ਹੁਣ ਮੰਨ ਲਓ ਕਿ ਮੈਂ ਮਸੀਹ 'ਚ ਹਾਂ, ਅਤੇ ਹੁਣ ਮੈਂ ਮਤਲਬ ਕਿਸੇ ਨੂੰ ਫੋਨ ਵੀ ਕਰਾਂ, ਜੇ ਮੈਨੂੰ ਫੋਨ 'ਤੇ ਗੱਲ ਕਰਨਾ, ਮੈਂ 5 ਮਿੰਟ ਉਹਨਾਂ ਹਾਲ ਚਾਲ ਪੁੱਛਾਂ, ਘਰੇ ਵਧੀਆ, ਰੋਟੀ ਪਾਣੀ ਖਾ ਲਿਆ, ਹਾਂਜੀ ਠੀਕ ਆ। ਹੋਰ ਮੈਨੂੰ ਜੇ ਕੋਈ ਕੰਮ ਆ ਤਾਂ ਮੈਂ ਉਹਨੂੰ ਗੱਲ ਦੱਸੂੰਗਾ ਕਿ ਅੱਜ ਮੇਰਾ ਮਤਲਬ ਇੱਦਾਂ, ਜੋ ਕੋਈ ਵੀ ਮੈਨੂੰ ਕੋਈ ਉਹਨਾਂ ਇੰਪੋਰਟੈਂਟ ਗੱਲ ਕਰਨੀ, ਮੈਂ ਉਹ ਗੱਲ ਕਰਕੇ ਫਿਰ ਬਾਅਦ 'ਚ ਮੈਂ ਫੋਨ ਕਰ ਦੂੰਗਾ। ਪਰ ਉਹੀ ਜੇ ਮੈਂ ਪਾਪ ਦੇ ਵਿੱਚ ਹਾਂ, ਫਿਰ ਮੈਨੂੰ ਹਾਲ ਚਾਲ ਪੁੱਛਣਾ, ਮਤਲਬ ਜਿਹੜਾ ਮੈਨੂੰ ਕੰਮ ਆ ਮੈਂ ਉਹਨਾਂ ਗੱਲ ਕਰਨੀ ਕਿ ਇੱਦਾਂ ਇੱਦਾਂ ਗੱਲ ਆ, ਉਸ ਤੋਂ ਬਾਅਦ ਫਿਰ ਚੁਗਲੀਆਂ ਕਰਨੀਆਂ, ਤੁਹਾਡੇ ਪਿੰਡ 'ਚ ਇੱਦਾਂ ਹੋਇਆ, ਤੁਹਾਡੇ ਪਿੰਡ 'ਚ ਇੱਦਾਂ ਹੋਇਆ, ਹਾਂ ਉਹ ਇੱਦਾਂ ਵਾ, ਉਹ ਇੱਦਾਂ। ਫਿਰ ਮਤਲਬ ਉਹੀ ਜਿਹੜੀ 5-10 ਮਿੰਟ ਦੀ ਗੱਲ ਉਹ ਘੰਟਾ 2-2 ਘੰਟੇ ਤੱਕ ਚੱਲ ਜਾਂਦੀ ਹੈ। ਚੁਗਲੀਆਂ ਕਰਦੇ ਰਹਿੰਦੇ ਫੋਨ 'ਤੇ, ਇੱਕ ਦੂਜੇ ਨੂੰ ਨਿੰਦਦੇ ਰਹਿੰਦੇ ਫੋਨ 'ਤੇ, ਫਿਰ ਆਤਮਾ ਗੰਦੀ ਹੋਣੀ ਹੈ। ਪਿਤਾ ਪਰਮੇਸ਼ਵਰ ਕਹਿੰਦੇ ਸਵਾਰਥੀ ਨਾ ਬਣੋ। ਅਸੀਂ ਪਿਤਾ ਪਰਮੇਸ਼ਵਰ ਕਹਿੰਦਾ ਕਿ ਤੂੰ ਕਿਸੇ ਦਾ ਨਿੰਦਾ ਨਾ ਕਰ, ਤੂੰ ਕਿਸੇ ਦੀ ਜੱਜਮੈਂਟ ਨਾ ਕਰ, ਕੋਈ ਤੇਰੀ ਜੱਜਮੈਂਟ ਵੀ ਨਹੀਂ ਕਰੂਗਾ। ਤੂੰ ਕਿਸੇ ਦੀ ਨਿੰਦਿਆ ਨਾ ਕਰ, ਕੋਈ ਤੇਰੀ ਨਿੰਦਿਆ ਵੀ ਨਹੀਂ ਕਰੂਗਾ। ਹੁਣ ਅਸੀਂ ਆਪਣੇ ਮਤਲਬ ਬੈਠ ਜਾਂਦੇ ਹਾਂ, ਮਤਲਬ ਜਦੋਂ 5-6 ਜਣੀਆਂ ਬੁੜੀਆਂ ਬੈਠੇ ਹੁਣ ਅਸੀਂ ਬਹਿ ਜਾਂਦੇ ਹਾਂ, ਅੱਛਾ ਉਹ ਤਾਂ ਇੱਦਾਂ ਵਾ, ਉਹ ਤਾਂ ਇੱਦਾਂ, ਮਤਲਬ ਉਹਨਾਂ ਦੀ ਚੁਗਲੀ ਕਰ ਲਈ। ਅਤੇ ਜਦੋਂ ਕੋਈ ਪਤਾ ਲੱਗੇ ਕਿ ਉਹ ਤਾਂ ਤੁਹਾਡੀ ਚੁਗਲੀ ਕਰਦਾ, ਫਿਰ ਨਾ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਕਿਸੇ ਨੂੰ ਕੁਛ ਕਹਿੰਦੇ ਨਹੀਂ ਹਾਂ, ਫਿਰ ਵੀ ਪਤਾ ਨਹੀਂ ਲੋਕ ਸਾਡੀਆਂ ਗੱਲਾਂ ਕਿਉਂ ਕਰਦੇ ਰਹਿੰਦੇ ਆ, ਅਸੀਂ ਤਾਂ ਕਿਸੇ ਨੂੰ ਕਹਿੰਦੇ ਵੀ ਨਹੀਂ, ਰੱਬ ਜਾਣੇ ਕੀ ਹੁੰਦਾ। ਅਸੀਂ ਇੱਦਾਂ ਕਿਉਂ ਕਹਿੰਦੇ ਹਾਂ? ਇੱਕ ਤਾਂ ਅਸੀਂ ਕਿਸੇ ਦੀ ਨਿੰਦਿਆ ਕਰਕੇ ਪਾਪ ਕੀਤਾ, ਉੱਪਰ ਦੀ ਅਸੀਂ ਆਪਣੇ ਆਪ ਨੂੰ ਸਹੀ ਬਣਾਉਣ ਲਈ ਕਿ ਮੈਂ ਬਿਲਕੁਲ ਸਹੀ ਹਾਂ, ਇਹ ਪਾਪ ਕੀਤਾ ਕਿ ਲੋਕਾਂ ਸਾਹਮਣੇ ਲੱਗੇ ਕਿ ਨਹੀਂ ਇਹ ਤਾਂ ਕਿਸੇ ਦੀ ਚੁਗਲੀ ਕਰਦੇ ਨਹੀਂ, ਇਹ ਬਿਲਕੁਲ ਸਾਫ਼ ਆ। ਉੱਪਰ ਦੀ ਅਸੀਂ ਝੂਠ ਬੋਲਤਾ ਕਿ ਅਸੀਂ ਤਾਂ ਕਿਸੇ ਦੀ ਚੁਗਲੀ ਕਰਦੇ ਨਹੀਂ। 3 ਪਾਪ ਇਕੱਠੇ ਕਰ ਲਏ। ਆਪਣੀ ਮਹਿਮਾ ਕੀਤੀ ਕਿ ਅਸੀਂ ਤਾਂ ਗਲਤ ਹੈ ਹੀ ਨਹੀਂ, ਇਹ ਵੀ ਪਾਪ ਕੀਤਾ। ਝੂਠ ਬੋਲਿਆ ਕਿ ਅਸੀਂ ਤਾਂ ਕਿਸੇ ਦੀ ਚੁਗਲੀ ਕਰਦੇ ਨਹੀਂ, ਇਹ ਵੀ ਪਾਪ ਕੀਤਾ। ਅਤੇ ਕਿਸੇ ਦੀ ਚੁਗਲੀ ਕਰਕੇ ਇਹ ਵੀ ਪਾਪ ਕੀਤਾ। ਤੁਸੀਂ ਹਿਸਾਬ ਲਾਓ ਕਿ ਇੱਕ ਦਿਨ 'ਚ ਅਸੀਂ ਕਿੰਨੇ ਪਾਪ ਕਰਦੇ ਹੋਵਾਂਗੇ। ਹੁਣ ਅਸੀਂ ਇੱਕ ਇਨਸਾਨ ਆ, ਗਰਮੀਆਂ ਮਤਲਬ ਉਹ ਇਨਸਾਨ ਇੱਕ ਦਿਨ ਨਹੀਂ ਨਹਾਤਾ, 2 ਦਿਨ ਨਹੀਂ ਨਹਾਤਾ, 3 ਦਿਨ ਨਹੀਂ ਨਹਾਤਾ, 4 ਦਿਨ ਨਹੀਂ ਨਹਾਤਾ, 4 ਦਿਨਾਂ ਬਾਅਦ ਉਹਦੀ ਬੋਡੀ 'ਚ ਸਮੈਲ ਆਉਣ ਲੱਗ ਪੈਂਦੀ ਆ, ਮਤਲਬ ਹਲਕਤ ਆਉਣ ਲੱਗ ਪੈਂਦੀ। ਮਤਲਬ ਇੱਕ ਜਦੋਂ ਹੁਣ ਮੰਨ ਲਓ ਕਿ ਇੱਕ ਮਤਲਬ ਬੱਚਾ ਹੈ ਛੋਟਾ, ਉਹ ਇੱਕ ਦਿਨ ਨਹੀਂ ਨਹਾਤਾ, ਉਹਨੂੰ ਮਤਲਬ ਲੋਕ ਚੱਕ ਰਹੇ ਆ, ਮਤਲਬ ਉਹਦੇ ਘਰਦੇ ਨੂੰ ਚੱਕ ਰਹੇ, 2 ਦਿਨ ਨਹੀਂ ਨਹਾਤਾ, ਫਿਰ ਵੀ ਉਹਦੇ ਮਤਲਬ ਘੱਟ ਉਹਦੇ ਘਰਦੇ ਚੱਕ ਲਿਆ, 3 ਦਿਨ ਨਹੀਂ ਨਹਾਤਾ, ਫਿਰ ਮਤਲਬ ਉਹਦੀ ਮੰਮੀ ਚੱਕ ਰਹੀ ਉਹਨੂੰ, ਕੋਲ ਬਾਕੀ ਕੋਈ ਚੱਕ ਨਹੀਂ ਰਿਹਾ, ਕਹਿੰਦੇ ਇਹਦੇ ਲਾਗੇ ਤੋਂ ਸਮੈਲ ਆਉਂਦੀ ਹੈ। 4 ਦਿਨ ਨਹੀਂ ਨਹਾਤਾ, ਉਹਦੀ ਮਾਂ ਹਾਰ ਕੇ ਉਹਨੂੰ ਨਵਾ ਹੀ ਦਿੰਦੀ ਹੈ ਕਿ ਇਹਦੇ ਤੋਂ ਲਾਗੇ ਤੋਂ ਸਮੈਲ ਆਉਂਦੀ ਹੈ। ਤੁਸੀਂ ਹਿਸਾਬ ਲਾ ਲਓ, ਅਸੀਂ ਸਰੀਰ ਨੂੰ ਇੰਨਾ ਗੰਦਾ ਕਰ ਲੈਂਦੇ ਹਾਂ, ਉਸ ਪਾਣੀ ਦੇ ਨਾਲ ਆਪਣਾ ਸਰੀਰ ਤਾਂ ਸਾਫ਼ ਕਰ ਲੈਂਦੇ ਹਾਂ, ਪਰ ਜਿਹੜੀ ਅਸੀਂ ਆਤਮਾ ਨੂੰ ਗੰਦਾ ਕਰਦੇ ਉਹਨੂੰ ਸਾਫ਼ ਕਦੋਂ ਕਰਨਾ? ਕਦੋਂ ਅਸੀਂ ਆਪਣੇ ਗੁਨਾਹਾਂ ਦੀ ਮਾਫ਼ੀ ਪ੍ਰਭੂ ਯਿਸੂ ਤੋਂ ਮੰਗਣੀ ਹੈ? ਕਦੋਂ ਯਿਸੂ ਨੂੰ ਕਹਿਣਾ ਕਿ ਯਿਸੂ ਸਾਡੀ ਆਤਮਾ ਨੂੰ ਸਾਫ਼ ਕਰ, ਆਪਣੇ ਖੂਨ ਦੇ ਨਾਲ ਸਾਡੇ ਪਾਪਾਂ ਨੂੰ ਧੋ ਕੇ ਸਾਫ਼ ਕਰ ਇਹਨੂੰ? ਕਦੋਂ ਕਹਿਣਾ? ਅਸੀਂ ਦੇਖ ਰਹੇ ਹਾਂ ਕਿ ਜਦੋਂ ਮਤਲਬ ਪ੍ਰਭੂ ਯਿਸੂ ਜੀ ਨੇ ਮਤਲਬ ਮੂਸਾ ਜੀ ਨੂੰ ਕਿਹਾ ਸੀਗਾ ਕਿ ਤੂੰ ਮਤਲਬ ਮਿਸਰੀ ਲੋਕਾਂ ਤੋਂ ਇਜ਼ਰਾਈਲੀ ਲੋਕਾਂ ਨੂੰ ਬਚਾ ਕੇ ਲੈ ਕੇ ਆਉਣਾ, ਅਤੇ ਜਦੋਂ ਮਤਲਬ ਉਹ ਉੱਥੇ ਗਏ ਸੀਗੇ ਉਹਨਾਂ ਨੂੰ ਬਚਾਉਣ ਲੱਗੇ, ਜਦੋਂ ਜਿਹੜਾ ਫਰੌਨ ਦਾ ਜਿਹੜਾ ਰਾਜਾ ਸੀ ਉਹ ਮੰਨਿਆ ਨਹੀਂ ਸੀਗਾ, ਅਤੇ ਪ੍ਰਭੂ ਯਿਸੂ ਜੀ ਨੇ ਉੱਥੇ ਟਿੱਡੀਆਂ ਭੇਜੀਆਂ ਸੀ। ਮਤਲਬ ਪ੍ਰਭੂ ਯਿਸੂ ਜੀ ਨੇ ਆਪਣੇ ਬਹੁਤ ਸ਼ਕਤੀਆਂ ਉੱਥੇ ਮਤਲਬ ਬਹੁਤ ਕੁਛ ਕ੍ਰਿਸ਼ਮੇ ਦਿਖਾਏ ਉਹਨਾਂ ਨੂੰ। ਅਤੇ ਅੱਜ ਤੁਸੀਂ ਦੇਖ ਲਓ ਭੂਚਾਲ ਆ ਰਹੇ ਆ, ਟਿੱਡੀਆਂ ਆ ਰਹੀਆਂ ਵਾ। ਅਸੀਂ ਕਿਉਂ ਨਹੀਂ ਖੌਫ ਰੱਖਦੇ ਆਪਣੇ ਮਨ 'ਚ ਖੁਦਾ ਦਾ? ਅਸੀਂ ਕਿਉਂ ਨਹੀਂ ਡਰਦੇ? ਮਤਲਬ ਬਹੁਤ ਨੇੜੇ, ਮਤਲਬ ਕਰੋਨਾ ਵਾਇਰਸ ਇੱਕ ਵਾਇਰਸ ਨੇ ਪੂਰੀ ਦੁਨੀਆ ਬੰਦ ਕਰ ਛੱਡੀ, ਸਿਰਫ ਇੱਕ ਵਾਇਰਸ ਨੇ। ਅਸੀਂ ਕਿਉਂ ਆਪਣੇ ਖੁਦਾ ਦਾ ਡਰ ਨਹੀਂ ਰੱਖਦੇ? ਕਿਉਂ ਅਸੀਂ ਆਪਣੇ ਪਰਮੇਸ਼ਵਰ ਤੋਂ ਡਰਦੇ ਨਹੀਂ? ਕਿਉਂ ਅਸੀਂ ਅੱਜ ਵੀ ਆਪਣੇ ਪਾਪਾ ਦੀ ਮਾਫ਼ੀ ਕਿਉਂ ਨਹੀਂ ਮੰਗਦੇ? ਗੁਨਾਹਾਂ ਦੀ, ਆਪਣੇ ਗੁਨਾਹਾਂ ਦੀ ਮਾਫ਼ੀ ਮੰਗੋ, ਅੰਤਰਾ ਸਮਾਂ ਬਹੁਤ ਨੇੜੇ ਹੈ।
ਕੁਛ ਨਹੀਂ, ਕੋਈ ਨਹੀਂ ਕਹਿ ਸਕਦਾ। ਪ੍ਰਭੂ ਯੀਸ਼ੂ ਜੀ ਨੇ ਆਪਣੇ ਵਚਨਾਂ 'ਤੇ ਕਿਹਾ ਕਿ ਉਹ ਦਿਨ ਕਦੋਂ, ਜਦੋਂ ਮਤਲਬ ਪ੍ਰਭੂ ਯੀਸ਼ੂ ਜੀ ਨੇ ਇਸ ਦੁਨੀਆ 'ਤੇ ਆਉਣਾ, ਉਹ ਦਿਨ ਕਿਸੇ ਨੂੰ ਨਹੀਂ ਪਤਾ, ਸਿਰਫ ਪਿਤਾ ਯਹੋਵਾ ਜੀ ਨੂੰ ਛੱਡ ਕੇ। ਉਸ ਦਿਨ ਦਾ ਸਿਰਫ ਪਿਤਾ ਯਹੋਵਾ ਜੀ ਨੂੰ ਪਤਾ। ਉਸ ਤੋਂ ਇਲਾਵਾ ਦੁਨੀਆ ਦਾ ਕੋਈ ਇਨਸਾਨ ਜਾਂ ਕੋਈ ਵੀ ਨਬੀ ਇਹ ਨਹੀਂ ਦੱਸ ਸਕਦਾ ਕਿ ਪ੍ਰਭੂ ਯੀਸ਼ੂ ਜੀ ਨੇ ਇਹ ਵਾਲੇ ਮਹੀਨੇ 'ਚ ਇੰਨੀ ਤਰੀਕ ਨੂੰ ਆਉਣਾ, ਕੋਈ ਨਹੀਂ ਦੱਸ ਸਕਦਾ। ਇਹ ਸਿਰਫ ਪਿਤਾ ਯਹੋਵਾ ਨੂੰ ਪਤਾ। ਕੁਛ ਨਹੀਂ ਪਤਾ ਉਹ ਦਿਨ ਕਦੋਂ ਆ ਜਾਣਾ। ਜੇ ਅੱਜ ਤੁਹਾਡੇ ਕੋਲ ਟਾਈਮ ਹੈਗਾ ਵਾ ਤੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੋ ਪਰਮੇਸ਼ਵਰ ਕੋਲ। ਪਰਮੇਸ਼ਵਰ ਨੂੰ ਕਹੋ ਕਿ ਪਿਤਾ ਸਾਨੂੰ ਗੁਨਾਹਾਂ ਦੀ ਮਾਫ਼ੀ ਕਰੋ, ਅਤੇ ਪਵਿੱਤਰ ਆਤਮਾ ਪ੍ਰਭੂ ਯੀਸ਼ੂ ਜੀ ਤੋਂ ਮਾਫ਼ੀ ਮੰਗੋ। ਮੂਰਤੀ ਪੂਜਾ ਛੱਡ ਦਿਓ, ਕੁਛ ਨਹੀਂ ਹੈ। ਤੁਸੀਂ ਇਹ ਦੇਖੋ ਕਿ ਤੁਸੀਂ ਮੂਰਤੀਆਂ ਨੂੰ ਮਤਲਬ ਉਹ ਕਹਿੰਦੇ ਹੋ ਕਿ ਇਹ ਸਾਡਾ ਪਰਮੇਸ਼ਵਰ ਹੈ, ਇਹ ਸਾਡਾ ਪਰਮੇਸ਼ਵਰ ਹੈ। ਤੁਸੀਂ ਉਸੇ ਮੂਰਤੀ 'ਤੇ ਕੋਈ ਚੀਜ਼ ਚੱਕ ਕੇ ਮਾਰੋਗੇ, ਮੂਰਤੀ ਟੁੱਟ ਜਾਂਦੀ ਹੈ। ਇਹ ਕਿਹੜੇ ਪਰਮੇਸ਼ਵਰ ਨੂੰ ਤੁਸੀਂ ਮੰਨਦੇ ਹੋ ਜਿਹੜਾ ਕਿ ਤੁਹਾਡੀ ਕੋਈ ਚੀਜ਼ ਉੱਤੇ ਚੱਕ ਕੇ ਮਾਰਨ ਨਾਲ ਚੀਜ਼ ਟੁੱਟ ਗਈ? ਉਹ ਕਿ ਜਿਸ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ ਤੁਸੀਂ ਉਹਨੂੰ ਕਿੱਦਾਂ ਬਣਾ ਸਕਦੇ ਹੋ? ਯਹੋਨਾ ਜਿਹੜੇ ਬੈਪਟਿਜ਼ਮ ਦੇਣ ਵਾਲੇ, ਜਿਹੜੇ ਬਪਤਿਸਮਾ ਦੇਣ ਵਾਲੇ ਯਹੋਨਾ ਜੀ ਸੀਗੇ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਮੇਰੇ ਤੋਂ ਬਾਅਦ ਵਿੱਚ ਆਉਣ ਵਾਲਾ, ਮਤਲਬ ਮੇਰੇ ਤੋਂ ਬਾਅਦ ਵਿੱਚ ਆਉਣ ਵਾਲਾ ਮਤਲਬ ਜਿਹੜਾ ਪ੍ਰਭੂ ਯੀਸ਼ੂ ਹੈ, ਉਹ ਮਤਲਬ ਇੰਨਾ ਮਹਾਨ ਹੋਵੇਗਾ ਕਿ ਮੈਂ ਉਹਦੇ ਜੁੱਤੀ ਦੇ ਤਸ਼ਮੇ ਵੀ ਨਹੀਂ ਖੋਲ੍ਹ ਸਕਦਾ। ਮਤਲਬ ਯਹੋਨਾ ਜੀ ਇੰਨੇ ਪਵਿੱਤਰ ਸੀਗੇ, ਉਹ ਤਾਂ ਵੀ ਕਹਿੰਦੇ ਕਿ ਜਿਹੜਾ ਮੇਰੇ ਤੋਂ ਬਾਅਦ ਆਉਣ ਵਾਲਾ ਮੈਂ ਉਹਦੀ ਜੁੱਤੀ ਦੇ ਤਸ਼ਮੇ ਵੀ ਨਹੀਂ ਖੋਲ੍ਹ ਸਕਦਾ। ਅਤੇ ਤੁਸੀਂ ਹਿਸਾਬ ਲਾ ਲਓ ਅਸੀਂ ਕਿੰਨੇ ਪਾਪ ਕੀਤੇ ਆ, ਅਤੇ ਅਸੀਂ ਪਰਮੇਸ਼ਵਰ ਨੂੰ ਬਣਾ ਕੇ ਉਹਦੀ ਮੂਰਤੀਆਂ ਬਣਾ ਕੇ ਉਹਨੂੰ ਪੂਜਦੇ ਹਾਂ। ਇਹ ਪਰਮੇਸ਼ਵਰ ਹੈ? ਅਸੀਂ ਪਿਤਾ ਪਰਮੇਸ਼ਵਰ ਨੂੰ, ਉਹਦੇ ਪਿਤਾ ਪਰਮੇਸ਼ਵਰ ਨੂੰ ਮੰਨਦੇ ਨਹੀਂ ਆ। ਪਿਤਾ ਪਰਮੇਸ਼ਵਰ ਨੂੰ ਮਤਲਬ ਪਿਤਾ ਪਰਮੇਸ਼ਵਰ ਦੀ ਬੇਇੱਜ਼ਤੀ ਕਰਦੇ ਇੱਕ ਹਿਸਾਬ ਦੀ, ਜਿਵੇਂ ਉਸ ਟਾਈਮ 'ਤੇ ਉਹਨਾਂ ਨੇ ਮਤਲਬ ਕੀਤੀ ਸੀ ਨਾ, ਜਿਹੜੇ ਯਹੂਦੀ ਸੀਗੇ ਜਿਨ੍ਹਾਂ ਨੇ ਮਤਲਬ ਪ੍ਰਭੂ ਯੀਸ਼ੂ ਜੀ ਨੂੰ ਸੂਲੀ 'ਤੇ ਚਾੜ੍ਹਿਆ ਸੀਗਾ। ਜਦੋਂ ਉਹਨਾਂ ਨੇ ਮਤਲਬ ਪ੍ਰਭੂ ਯੀਸ਼ੂ ਜੀ ਦੇ ਉਹ ਕੀਤਾ ਸੀਗਾ, ਪ੍ਰਭੂ ਯੀਸ਼ੂ ਜੀ ਦੇ ਸੂਲੀ ਮਤਲਬ ਕੇਲ ਠੋਕੇ ਸੀਗੇ, ਕੰਡਿਆਂ ਦਾ ਤਾਜ ਪਾਇਆ ਸੀ ਉਹਨਾਂ 'ਤੇ, ਪ੍ਰਭੂ ਯੀਸ਼ੂ ਜੀ 'ਤੇ ਥੁੱਕਿਆ ਸੀ, ਉਹਨਾਂ ਦੇ ਮਾਰਿਆ ਸੀ। ਇਹ ਵਾਲੇ ਕੰਮ ਅਸੀਂ ਕਰ ਰਹੇ ਹਾਂ ਅੱਜ। ਕਿਉਂ ਸਾਨੂੰ ਸ਼ਰਮ ਨਹੀਂ ਆਉਂਦੀ? ਕਿਉਂ ਅਸੀਂ ਆਪਣੇ ਗੁਨਾਹਾਂ ਦੀ ਮਾਫ਼ੀ ਕਿਉਂ ਨਹੀਂ ਮੰਗਦੇ? ਤੁਸੀਂ ਦੇਖੋ ਅਸੀਂ ਬਾਈਬਲ 'ਚ ਪੜ੍ਹ ਲਈਏ ਤਾਂ ਸਾਨੂੰ ਪਤਾ ਲੱਗਦਾ ਕਿ ਇਸ ਦੁਨੀਆ ਨੂੰ ਬਣਾਉਣ ਵਾਲੇ ਪਿਤਾ ਯਹੋਵਾ ਹੈ। ਪਿਤਾ ਪਰਮੇਸ਼ਵਰ ਨੇ ਮਤਲਬ ਸ਼ੁਰੂ ਤੋਂ ਜਦੋਂ ਅਸੀਂ ਬਾਈਬਲ ਪੜ੍ਹਦੇ ਸਾਨੂੰ ਪਤਾ ਲੱਗਦਾ ਕਿ ਜਿਹੜੀ ਦੁਨੀਆ ਪਿਤਾ ਪਰਮੇਸ਼ਵਰ ਨੇ ਕਿੱਦਾਂ ਬਣਾਈ। ਤੁਸੀਂ ਕੁਰਾਨ ਪੜ੍ਹ ਲਓ, ਤੁਸੀਂ ਬਾਇਓ ਪੜ੍ਹ ਲਓ, ਗੀਤਾ ਪੜ੍ਹ ਲਓ, ਤੁਹਾਨੂੰ ਕਿਤੇ ਨਹੀਂ ਪਤਾ ਕਿ ਦੁਨੀਆ ਕਿੱਦਾਂ ਬਣੀ ਹੈ। ਸਿਰਫ ਬਾਈਬਲ 'ਚ ਲਿਖਿਆ। ਕਿਉਂ? ਕਿਉਂਕਿ ਬਾਈਬਲ ਉਦੋਂ ਸੀ ਪਰਮੇਸ਼ਵਰ ਦੀ ਲਿਖੀ ਹੋਈ ਹੈ। ਇਹਨੂੰ ਤਾਂ ਇਹਨੂੰ ਪਵਿੱਤਰ ਬਾਈਬਲ ਇਹਨੂੰ ਇਸ ਲਈ ਕਿਹਾ ਜਾਂਦਾ ਕਿਉਂਕਿ ਪਵਿੱਤਰ ਰੂਹ ਬਾਰੇ ਲਿਖਿਆ ਹੋਇਆ ਇਹਦੇ ਵਿੱਚ, ਪਵਿੱਤਰ ਆਤਮਾ ਪ੍ਰਭੂ ਯੀਸ਼ੂ ਬਾਰੇ ਲਿਖਿਆ ਹੋਇਆ। ਹੁਣ ਜਿੱਦਾਂ ਅਸੀਂ ਪੜ੍ਹਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੂੰ ਮਤਲਬ ਕਿ ਉਹਨਾਂ ਦੇ ਜਿਹੜੇ ਪਿਤਾ ਦਾ ਨਾਮ ਸੀਗਾ ਮਹਿਤਾ ਕਾਲੂ, ਅਤੇ ਉਹਨਾਂ ਦੀ ਜਿਹੜੀ ਮਾਤਾ ਦਾ ਨਾਮ ਸੀ, ਉਹਨਾਂ ਦੋਨਾਂ ਦੇ ਰਿਲੇਸ਼ਨ ਤੋਂ ਗੁਰੂ ਨਾਨਕ ਦੇਵ ਜੀ ਜਿੰਦਾ ਹੋਏ ਸੀ, ਪੈਦਾ ਹੋਏ ਸੀ। ਪਰ ਪ੍ਰਭੂ ਯੀਸ਼ੂ ਜੀ ਮਾਤਾ ਮਰੀਅਮ ਜੀ ਕੁਆਰੀ ਸੀਗੇ, ਉਹ ਪਵਿੱਤਰ ਸੀਗੇ, ਅਤੇ ਪਰਮੇਸ਼ਵਰ ਦੇ ਦੂਤ ਨੇ ਕਿਹਾ ਸੀ ਕਿ ਪਿਤਾ ਪਰਮੇਸ਼ਵਰ ਤੈਨੂੰ ਮਤਲਬ ਗਰਭਵਤੀ ਕਰਨਗੇ, ਪਰਮੇਸ਼ਵਰ ਜੀ ਤੈਨੂੰ ਗਰਭਵਤੀ ਕਰਨਗੇ ਅਤੇ ਤੇਰੇ ਪੇਟ 'ਚ ਇੱਕ ਬੱਚਾ ਹੋਏਗਾ, ਪੈਦਾ ਹੋਏਗਾ, ਉਹਦਾ ਨਾਮ ਯੀਸ਼ੂ ਹੋਊਗਾ। ਅਸੀਂ ਸਾਡੀਆਂ ਅੱਖਾਂ ਕਿਉਂ ਨਹੀਂ ਖੁੱਲ੍ਹਦੀਆਂ? ਅਸੀਂ ਇੰਨੇ ਕਿਉਂ ਹੋ ਚੁੱਕੇ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਦੁਨੀਆ ਦਾ ਪਰਮੇਸ਼ਵਰ ਕੀ ਹੈ, ਕੌਣ ਹੈ? ਅਸੀਂ ਕਿਉਂ ਆਪਣੇ ਗੁਨਾਹਾਂ ਦੀ ਮਾਫ਼ੀ ਨਹੀਂ ਮੰਗਦੇ? ਤੁਸੀਂ ਇਹ ਕਿਉਂ ਨਹੀਂ ਅਸੀਂ ਸੋਚਦੇ ਕਿ ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਪਰਮੇਸ਼ਵਰ ਨੂੰ ਮੰਨਦੇ ਹਾਂ, ਅਸੀਂ ਪਰਮੇਸ਼ਵਰ ਨੂੰ ਮੰਨਦੇ, ਅਸੀਂ ਮੂਰਤੀ ਪੂਜਾ ਕਰਦੇ ਅਤੇ ਕਹਿੰਦੇ ਕਿ ਹਾਂ ਅਸੀਂ ਤਾਂ ਜੀ ਸੱਚੇ ਪਰਮੇਸ਼ਵਰ ਨੂੰ ਮੰਨਦੇ ਹਾਂ। ਕਦੇ ਅਸੀਂ ਦੇਖਿਆ ਕਿ ਅਸੀਂ ਦਿਨ 'ਚ ਕਿੰਨੇ ਝੂਠ ਬੋਲਦੇ ਹਾਂ, ਅਸੀਂ ਕਿੰਨੀਆਂ ਚੋਰੀਆਂ ਕਰਦੇ ਹਾਂ, ਅਸੀਂ ਕਿੰਨੀ ਕੁ ਵਾਰੀ ਕਿਸੇ ਦੀ ਨਿੰਦਿਆ ਕਰਦੇ ਹਾਂ। ਜੇ ਤੁਸੀਂ ਕਿਸੇ ਦੀ ਚੋਰੀ ਕਰਦੇ ਹੋ, ਨਿੰਦਿਆ ਕਰਦੇ ਹੋ, ਵਿਆਭਿਚਾਰ ਕਰਦੇ ਹੋ, ਗਲਤ ਕੰਮ ਕਰਦੇ ਹੋ, ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ ਜਾਂ ਤੁਸੀਂ ਪਰਮੇਸ਼ਵਰ ਨੂੰ ਮੰਨਦੇ ਹੋ? ਆਪਣੀ ਆਤਮਾ ਦੀ ਅੱਖਾਂ ਖੋਲ੍ਹੋ, ਆਪਣੀ ਆਤਮਾ ਦੀ ਅੱਖਾਂ ਖੋਲ੍ਹ ਕੇ ਦੇਖੋ ਕਿ ਤੁਹਾਡੇ ਮਨ ਦੇ ਅੰਦਰ ਕੌਣ ਵਾਸ ਕਰੇ, ਪਰਮੇਸ਼ਵਰ ਕਿ ਸ਼ੈਤਾਨ? ਟਾਈਮ ਬਹੁਤ ਘੱਟ ਹੈ, ਬਹੁਤ ਜ਼ਿਆਦਾ ਘੱਟ ਹੈ। ਕੁਛ ਨਹੀਂ ਪਤਾ ਕਿ ਅੰਤਲਾ ਸਮਾਂ ਕਦੋਂ ਨੇੜੇ ਆਉਣਾ। ਦੁਨੀਆ ਅੱਜ ਖਤਮ ਹੋਣੀ, ਕੱਲ੍ਹ ਖਤਮ ਹੋਣੀ, ਭਾਵੇਂ ਰਾਤ ਨੂੰ ਖਤਮ ਹੋ ਜਾਏ, ਕੁਛ ਨਹੀਂ ਹੋ ਸਕਦਾ, ਕੁਛ ਨਹੀਂ ਪਤਾ। ਜਿੱਦਾਂ ਹੀ ਤੁਸੀਂ ਪਰਮੇਸ਼ਵਰ ਬਾਰੇ, ਪ੍ਰਭੂ ਯੀਸ਼ੂ ਬਾਰੇ, ਜਦੋਂ ਤੁਹਾਡਾ ਅੰਤਲਾ ਸਮਾਂ ਨੇੜੇ ਆਏਗਾ ਉਦੋਂ ਤੁਸੀਂ ਮਾਫ਼ੀ ਮੰਗੋਗੇ, ਕੋਈ ਫਾਇਦਾ ਨਹੀਂ ਹੈ। ਹੁਣੇ ਇਸੇ ਵਕਤ ਆਪਣੇ ਘੁਟਨੇ ਟੇਕ ਕੇ ਪ੍ਰਭੂ ਯੀਸ਼ੂ ਦੇ ਅੱਗੇ ਆਪਣੇ ਸਾਰੇ ਗੁਨਾਹਾਂ ਦੀ ਮਾਫ਼ੀ ਮੰਗ ਲਓ। ਪ੍ਰਭੂ ਯੀਸ਼ੂ ਮੈਂ ਆਪਣੀ ਜ਼ਿੰਦਗੀ 'ਚ ਇਹ ਕੀਤਾ, ਮੈਂ ਇਹ ਕੀਤਾ, ਸਾਰੇ ਗੁਨਾਹ ਆਪਣੇ ਪ੍ਰਭੂ ਯੀਸ਼ੂ ਜੀ ਦੇ ਅੱਗੇ ਰੱਖ ਦਿਓ ਅਤੇ ਪ੍ਰਭੂ ਯੀਸ਼ੂ ਨੂੰ ਕਹੋ ਕਿ ਪ੍ਰਭੂ ਯੀਸ਼ੂ ਤੁਹਾਡਾ ਕੀਮਤੀ ਖੂਨ ਮੇਰੇ ਗੁਨਾਹਾਂ ਨੂੰ ਸਾਫ਼ ਕਰੇ ਅਤੇ ਮੈਨੂੰ ਪਵਿੱਤਰਤਾ 'ਚ ਜੋੜੇ, ਕਿ ਪ੍ਰਭੂ ਯੀਸ਼ੂ ਤੁਹਾਡੇ ਕੋੜੇ ਖਾਣ ਨਾਲ ਮੈਂ ਚੰਗੇ ਹੋਈ। ਪ੍ਰਭੂ ਯੀਸ਼ੂ ਜੀ ਨੂੰ ਬੋਲੋ, ਪ੍ਰਭੂ ਯੀਸ਼ੂ ਜੀ ਤੁਹਾਡੇ ਗੁਨਾਹਾਂ ਨੂੰ ਮਾਫ਼ ਕਰਨਗੇ, ਤੁਹਾਨੂੰ ਨਵਾਂ ਜੀਵਨ ਦੇਣਗੇ ਜੋ ਪਿਤਾ ਪਰਮੇਸ਼ਵਰ ਦੇ ਨਾਲ ਹੋਊਗਾ। ਉਸ ਨਵੇਂ ਜੀਵਨ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਵਚਨਾਂ ਨੂੰ ਫੋਲੋ ਕਰੋ, ਪਵਿੱਤਰਤਾ 'ਚ ਚੱਲੋ।
ਤੁਹਾਡੀ ਜ਼ਿੰਦਗੀ ਬਹੁਤ ਅੱਛੀ ਹੋਊਗੀ ਪਿਤਾ ਪਰਮੇਸ਼ਵਰ ਦੇ ਨਾਮ 'ਚ। ਜਿਵੇਂ ਪਿਤਾ ਪਿਤਾ ਪਰਮੇਸ਼ਵਰ ਨੇ ਜਿੱਦਾਂ ਸਾਨੂੰ ਚੁਣਿਆ, ਉਵੇਂ ਪਿਤਾ ਪਰਮੇਸ਼ਵਰ ਤੁਹਾਨੂੰ ਵੀ ਚੁਣਨ। ਸਾਰਿਆਂ ਨੂੰ ਜੈ ਮਸੀਹ ਦੀ। ਪਿਤਾ ਪਰਮੇਸ਼ਵਰ ਨਾਲ ਜੁੜੋ, ਆਪਣੇ ਦਿਲ ਦੇ ਅੰਦਰ ਦੇਖੋ ਕਿ ਤੁਹਾਡੇ ਦਿਲ ਦੇ ਅੰਦਰ ਸ਼ੈਤਾਨ ਬੈਠਾ ਹੈ ਕਿ ਪਰਮੇਸ਼ਵਰ। ਆਪਣੇ ਗੁਨਾਹਾਂ ਨੂੰ, ਆਪਣੇ ਕੰਮਾਂ ਵੱਲ ਦੇਖ ਕੇ ਦੇਖੋ ਕਿ ਜਿਹੜੇ ਤੁਸੀਂ ਕੰਮ ਕਰਦੇ ਹੋ ਸ਼ੈਤਾਨ ਦੇ ਆ ਕਿ ਪਰਮੇਸ਼ਵਰ ਦੇ। ਆਪਣਾ ਮਨ ਫਿਰਾਓ ਪਰਮੇਸ਼ਵਰ ਵੱਲੋਂ, ਸ਼ੈਤਾਨ ਨੂੰ ਛੱਡੋ, ਸ਼ੈਤਾਨ ਦੇ ਪਾਪਾਂ ਨੂੰ ਛੱਡੋ ਪਰਮੇਸ਼ਵਰ ਵੱਲੋਂ। ਸਾਰਿਆਂ ਨੂੰ ਜੈ ਮਸੀਹ ਦੀ। ਪਿਤਾ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੋ।